सेकंड बी दे न्यूमेरिकल दे विचों फर्स्ट न्यूमेरिकल कह रहे? Yes, sir. First and second. फर्स्ट भी दे सेकंड Second. First, second. दो नहीं। ओके चलो फर्स्ट न्यूमेरिकल जो ने क्या सीगा, टेनिस बॉल इज ड्रॉप्ड onto the floor from a height of 4 meter, it rebound up to the height of 3 meter. If the ball was in contact with the floor for 0.010 second, what was its average acceleration during contact? During contact बॉल मैं तो ड्रॉप की जमीन के उत्ते स्ट्राइक करके रिबाउंड कर गई, ठीक है। उन्हें पूरे पाथ की एक्सेलरेशन नहीं पूछी, उन्हें कहा कि जो बॉल ग्राउंड ना टच की, ठीक है, टच करके रिबाउंड की, उदों ओदी एवरेज एक्सेलरेशन कटो। एवरेज एक्सेलरेशन का फॉर्मूला की होता है, बोलो जल्दी। v minus u over t. बोलो बोलो दोबारा। सर v minus u over t. ओके चलो, और किसी के दिमाग कुछ है तो बोलो। Sir, dv over dt. और कुछ बोलो। Sir, v square minus u square. चलो सुनो, delta v by delta t. एक न्यूमेरिकल ਆਪਾਂ ਗ੍ਰਾਫ ਦਾ ਕੀਤਾ ਸੀਗਾ, ਉਹਦੇ ਵਿੱਚ ਮੈਂ ਐਕਸਲਰੇਸ਼ਨ ਵਰਸਸ ਟਾਈਮ ਦਾ ਗ੍ਰਾਫ ਬਣਾਇਆ ਸੀ, ਤਾਂ ਉਹ 'ਚ ਵੀ ਇਹ ਵਰਡ ਯੂਜ਼ ਹੋਇਆ ਸੀ ਐਵਰੇਜ ਐਕਸਲਰੇਸ਼ਨ। ਐਵਰੇਜ ਐਕਸਲਰੇਸ਼ਨ ਦਾ ਮਤਲਬ ਹੁੰਦਾ ਟੋਟਲ ਚੇਂਜ ਇਨ ਵੈਲੋਸਿਟੀ ਇਨ ਅ ਗਿਵਨ ਟਾਈਮ ਇੰਟਰਵਲ, ਜਾਂ ਟੋਟਲ ਚੇਂਜ ਇਨ ਵੈਲੋਸਿਟੀ ਬਾਈ ਟੋਟਲ ਟਾਈਮ। ਇਹ ਚੀਜ਼ ਸਮਝਣ ਵਾਲੀ ਸੀ ਤੁਹਾਡੇ। ਜਦੋਂ ਬਾਲ ਗਰਾਊਂਡ ਨਾਲ ਟੱਚ ਕਰਕੇ ਰਿਬਾਊਂਡ ਕੀਤੀ, ਠੀਕ ਹੈ, ਇਹਦਾ ਮਤਲਬ ਜੇ ਐਵਰੇਜ ਐਕਸਲਰੇਸ਼ਨ ਉਸ ਆਪਾਂ ਮੌਕੇ ਤੇ ਯਾਨੀ ਉਸ ਟਾਈਮ 'ਚ ਕੱਢਣੀ ਆ ਜਦੋਂ ਬਾਲ ਗਰਾਊਂਡ ਤੇ ਕੰਟੈਕਟ 'ਚ ਆਈ ਆ, ਔਰ ਜਦੋਂ ਬਾਲ ਰਿਬਾਊਂਡ ਕੀਤੀ, ਕਿਆ ਉਹਦੀ ਵੈਲੋਸਿਟੀ ਰਿਬਾਊਂਡਿੰਗ ਤੋਂ ਬਾਅਦ ਚੇਂਜ ਹੋਈ ਹੋਊਗੀ? yes sir. ਜਾਂ ਸੇਮ ਰਹਿ ਗਈ ਹੋਊਗੀ? Yes, sir. change होगी sir. ਚੇਂਜ ਹੋਈ ਹੋਊਗੀ। ਆਪਾਂ ਨੂੰ ਕਿੱਦਾਂ ਪਤਾ ਲੱਗਿਆ ਚੇਂਜ ਹੋਈ ਹੋ? sir क्योंकि ਉਹਦੀ ਹਾਈਟ ਘੱਟ ਗਈ। ਬਿਲਕੁਲ। ਇੱਕੋ ਚੀਜ਼ ਨੋਟਿਸ ਕਰਨ ਵਾਲੀ ਸੀਗੀ, ਜੇ ਉਹ ਕਹਿੰਦਾ ਰਿਬਾਊਂਡਿੰਗ ਅਪ ਟੂ ਦਾ ਹਾਈਟ ਆਫ 4 ਮੀਟਰ, ਫਿਰ ਉਹਦੀ ਵੈਲੋਸਿਟੀ ਚੇਂਜ ਨਹੀਂ ਹੋਈ ਸੀ, ਤੇ ਫਿਰ ਕੋਈ ਐਵਰੇਜ ਐਕਸਲਰੇਸ਼ਨ ਨਹੀਂ ਆਣੀ ਸੀ। ਆਪਣੇ ਕੁਐਸਚਨ 'ਚ ਉਹਨੇ ਇਹ ਕਹਿਤਾ ਕਿ ਜਦੋਂ ਬਾਲ ਗਰਾਊਂਡ 'ਚ ਆਈ, ਕੋਸ਼ਿਸ਼ ਕਰਿਆ ਕਰੋ ਇਹਨਾਂ ਕੁਐਸਚਨਸ ਦੀ ਲਾਈਨ ਡਾਇਗਰਾਮ ਬਣਦੀ ਹੁੰਦੀ ਆ, ਉਹ ਬਣਾਓ ਸਭ ਤੋਂ ਪਹਿਲਾਂ। ਉਹਨੇ ਆਪਣੇ ਕੁਐਸਚਨ 'ਚ ਕਿਹਾ ਕਿ ਇੱਥੋਂ ਬਾਲ ਜਦੋਂ ਮੈਂ ਡ੍ਰੌਪ ਕੀਤੀ, ਠੀਕ ਹੈ, ਇਹ 4 ਮੀਟਰ ਡਾਊਨ ਆਈ ਆ, यानी पहले केस से ਜਿਹੜੀ ਹਾਈਟ ਆ ਉਹ 4 ਮੀਟਰ ਆ, ਦੂਜੇ ਕੇਸ 'ਚ ਜਿਹੜੀ ਹਾਈਟ ਆ ਉਹ ਮੇਰੇ ਕੋਲ 3 ਮੀਟਰ ਆ। ਕਲੀਅਰ ਹੈ ਜੀ? ਹੁਣ ਇੱਥੋਂ ਜਦੋਂ ਬਾਲ ਡ੍ਰੌਪ ਕੀਤੀ, ਤੇ ਜਿਹੜੀ ਵੀ ਬਾਡੀ ਡ੍ਰੌਪ ਕਰਦੇ ਉਹਦੀ ਇਨੀਸ਼ੀਅਲ ਵੈਲੋਸਿਟੀ ਆਪਾਂ ਕਿਹਾ ਸੀ 0 ਆ, ਇਹਦੀ ਐਕਸਲਰੇਸ਼ਨ ਜਿਹੜੀ ਮੇਰੇ ਕੋਲ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਦੇ ਬਰਾਬਰ ਆ, ਤੇ ਜੇ ਮੈਂ ਇੱਥੋਂ ਕਵਾਂ ਬਾਲ ਜਦੋਂ ਸਟ੍ਰਾਈਕ ਕੀਤੀ ਤੇ ਇਹਦੀ ਫਾਈਨਲ ਵੈਲੋਸਿਟੀ v1 ਆ, ਜਦੋਂ ਇਤੋਂ ਵੱਜ ਕੇ ਵਾਪਸ ਰਿਬਾਊਂਡ ਕਰਨੀ ਆ, ਠੀਕ ਹੈ, ਜੇ ਤੇ ਉਹ ਸੇਮ ਹਾਈਟ ਤੱਕ ਰਿਬਾਊਂਡ ਹੋਵੇ ਤੇ ਫਿਰ ਆ ਵਾਲੀ ਇਨੀਸ਼ੀਅਲ ਵੈਲੋਸਿਟੀ ਤੇ ਆ ਫਾਈਨਲ ਸੇਮ ਆਣੀ ਸੀ, ਪਰ ਇਸ ਮੂਵਮੈਂਟ ਤੇ ਰਿਬਾਊਂਡਿੰਗ ਘੱਟ ਹੋਈ ਆ, ਇਸ ਲਈ ਇਨੀਸ਼ੀਅਲ ਵੈਲੋਸਿਟੀ ਦੀ ਵੈਲਿਊ ਆਪਣੇ ਲਈ ਅਨਨੋਨ ਹੋਗੀ। ਕਲੀਅਰ ਹੈ ਗੱਲ? yes sir. Yes. Yes, sir. ਫਾਈਨਲ ਵੈਲੋਸਿਟੀ 0 ਹੋ ਗਈ, ਐਕਸਲਰੇਸ਼ਨ ਦੂਜੇ ਕੇਸ ਦੇ ਅੰਦਰ ਆਪਣੀ -g ਹੋ ਗਈ। क्या वेरिएबल सारे क्लियर है? yes sir. yes sir. ਤੇ ਇੱਥੇ ਜਿਹੜਾ ਕੰਟੈਕਟ ਹੋਇਆ ਵਾ, ਇੱਥੇ ਉਹਦਾ ਟਾਈਮ ਇੰਟਰਵਲ ਜਿਹੜੀ ਡੈਲਟਾ t 0.010 ਸੈਕਿੰਡ ਆ, ਠੀਕ ਹੈ। ਤੇ ਇਸ ਟਾਈਮ ਇੰਟਰਵਲ ਦੇ ਅੰਦਰ ਤੁਸੀਂ ਦੱਸਣਾ ਕਿ ਐਵਰੇਜ ਐਕਸਲਰੇਸ਼ਨ ਕਿੰਨੀ ਹੈ ਬੇਟਾ। ਤੇ ਪੁੱਤਰ ਐਵਰੇਜ ਐਕਸਲਰੇਸ਼ਨ ਦਾ ਜਨਰਲ ਫਾਰਮੂਲਾ ਟੋਟਲ ਚੇਂਜ ਇਨ ਵੈਲੋਸਿਟੀ ਓਵਰ ਟੋਟਲ ਟਾਈਮ। ਮਾਨਿਆ dv over dt नहीं आ सकता, dv over dt सिर्फ उदो डिफरेंशिएशन वाला फार्मूला वरत्या जांदा जदों इंस्टैंटेनियस अपने कोल कोई वैल्यू कढनी होवे। क्लियर आ? Yes, sir. चल हुण एदा मतलब तुसी जेडी मेन टर्म बनानी ना, जिने v - u / t बोलिया सी, बोलिया गलत नहीं हैगा, यही फार्मूला वा, पर थोड़ा जिहा आपां नूं ध्यान देना पऊगा आपां बनाना की। हुण जदों डेल्टा v बनाना, ठीक है, डेल्टा v इत्थे बनना, यानी जेडी वेलोसिटी मुड़न लगे मेरी वापसी वाले सीगी, ते जेडी इथे स्ट्राइक करन लगे सी,
ਇਹਨਾਂ ਦੋਨਾਂ ਵਿੱਚੋਂ ਆ ਜਿਹੜੀ ਹੋਏਗੀ ਇਹ ਇੱਕ ਤਰ੍ਹਾਂ ਫਾਈਨਲ ਬਣੇਗੀ ਵਾਪਸ ਮੁੜਨ ਦੀ, ਠੀਕ ਹੈ। ਤੇ ਆ ਮੇਰੀ ਜਿਹੜੀ ਆ ਇਨੀਸ਼ੀਅਲ ਹੋਏਗੀ ਇਸ ਇਨਸਟੈਂਟ ਤੇ। ਕਿਆ ਆ ਗੱਲ ਸਮਝ ਲੱਗੀ? Yes, sir. ਮੈਂ ਸਾਰਿਆਂ ਨੂੰ ਫੇਰ Yes, sir. ਲਿਖਣ ਲੱਗੇ ਇਹ ਫਾਈਨਲ ਇਹ ਇਨੀਸ਼ੀਅਲ ਆ, ਪਰ ਜੇ ਸਿਰਫ ਇੰਨੇ ਟਾਈਮ ਇੰਟਰਵਲ ਦੀ ਗੱਲ ਕਰਨੀ ਨਾ ਡਿਊਰਿੰਗ ਕੰਟੈਕਟ, ਤੇ ਇਹ ਉਸ ਮੂਮੈਂਟ ਤੇ ਜਿਹੜੀ ਆ ਪਹਿਲੋਂ ਵੈਲੋਸਿਟੀ ਬਣੀ ਤੇ ਆ ਇਨਸੀਡੈਂਟ ਤੋਂ ਬਾਅਦ ਬਣੀ, ਯਾਨੀ ਇਹ ਇੱਕ ਤਰ੍ਹਾਂ ਮੇਰੀ ਫਾਈਨਲ ਵੈਲੋਸਿਟੀ। therefore average acceleration ਲਿਖਾਂ ਤੇ ਮੇਰੇ ਕੋਲ ਆਏਗਾ final velocity minus initial velocity over time interval। ਪਰ ਇੱਥੇ ਇੱਕ ਗਲਤੀ ਆ ਜਿਹੜੀ ਮੈਂ ਹਜੇ ਤੱਕ ਕੀਤੀ ਆ, ਗਲਤੀ ਇਹ ਹੋਏਗੀ ਇੱਕ ਡਾਊਨਵਰਡ ਤੇ ਇੱਕ ਅਪਵਰਡ ਵੈਲੋਸਿਟੀ, ਜਿਹਦੇ ਕਰਕੇ ਵੈਲੋਸਿਟੀ ਦੇ ਦੋ ਤਰ੍ਹਾਂ ਦੇ ਸਾਈਨ ਬਣਨੇ, ਠੀਕ ਹੈ। ਡਾਊਨਵਰਡ ਵਾਲੇ ਨੂੰ ਮੈਂ ਪੋਜ਼ਿਟਿਵ ਮੰਨਾਂ ਤੇ ਅਪਵਰਡ ਵਾਲੀ ਨੈਗੇਟਿਵ, ਅਪਵਰਡ ਵਾਲੀ ਨੂੰ ਮੈਂ ਪੋਜ਼ਿਟਿਵ ਗਿਣਾ ਤੇ ਡਾਊਨਵਰਡ ਵਾਲੀ ਨੈਗੇਟਿਵ, ਯਾਨੀ ਇਹ ਦੋਨੋਂ ਸੇਮ ਸਾਈਨ ਦੇ ਨਹੀਂ ਹੈਗੇ। ਗੱਲ ਸਮਝ ਲੱਗਦੀ ਵੀ? Yes, sir. Yes, sir. ਜਿਹੜਾ ਨਾਰਮਲ ਸਾਈਨ ਕਨਵੈਨਸ਼ਨ ਹੁੰਦੀ ਸਾਡੀ ਉਹ ਇਹ ਹੁੰਦੀ ਕਿ ਅਪਵਰਡ ਡਾਇਰੈਕਸ਼ਨ ਪੋਜ਼ਿਟਿਵ ਤੇ ਡਾਊਨਵਰਡ ਡਾਇਰੈਕਸ਼ਨ ਨੈਗੇਟਿਵ। ਇਹਦੇ ਅਕੋਰਡਿੰਗਲੀ ਚੱਲੀਏ ਤੇ U2 ਵਾਲੀ ਸਾਈਡ ਜਿਹੜੀ ਅਪਵਰਡ ਹੈ ਇਹ ਪੋਜ਼ਿਟਿਵ ਹੋਊਗੀ ਤੇ ਆ ਮੇਰੀ ਨੈਗੇਟਿਵ ਹੋਏਗੀ। ਇਹ ਮਤਲਬ ਇਹਦੇ V1 ਦੀ ਥਾਂ ਤੇ -V1 ਆਣਾ। क्या फॉर्मूला समझ आया? Yes, sir. Yes, sir. Yes, sir. चलो तो एक्सेलरेशन आ गई u2 plus v1 by delta t। ਇਹ ਪੁੱਤ u ਤੇ v ਆ ਦੋਨੋਂ ਜਿਹੜੀਆਂ ਵੈਲਿਊਜ਼ ਕੱਢਣੀਆਂ ਆਪਾਂ ਐਸ ਚ ਮੋਸ਼ਨ ਅੰਡਰ ਗ੍ਰੈਵਿਟੀ ਦਾ ਕੇਸ ਕੀਤਾ ਸੀ। u ਹੈਗਾ a ਹੈਗਾ v ਹੈਗਾ s ਹੈਗਾ ਤੇ ਇਹਦਾ ਮਤਲਬ ਜਿਹੜੀ ਇਕੁਏਸ਼ਨ ਆ v² - u² = 2s ਬਣੀ। Yes, sir. Yes, sir. ਇਹਦੇ ਵਿੱਚ ਵੀ ਸੇਮ ਇਕੁਏਸ਼ਨ ਆ ਤੇ ਇਹਦੇ ਵਿੱਚ v0 ਆ ਇਹਦਾ u0, ਇਸ ਲਈ ਇਹਦੇ ਵਿੱਚ v1 ਦਾ ਫਾਰਮੂਲਾ √2gh1 ਤੇ ਇਹਦੇ ਵਿੱਚ u2 ਦਾ ਫਾਰਮੂਲਾ √2gh2 ਬਣ ਜਾਣਾ। ਜਿਹੜੀ ਇੱਥੇ ਲਿਖਾਂ ਕਿ ਮੇਰੇ ਕੋਲ ਫਾਰਮੂਲਾ ਆ ਗਿਆ √2gh2 plus √2gh1 ओवर टाइम इंटरवल। क्या फॉर्मूला समझ आया? कितना लिखा है मैं स्ट्रेट लिख देता, ठीक है। अदरवाइज u a h ਤੇ v ਇਹਨਾਂ v² - u² वाला फार्मूला ला के वैल्यू बना लो, यही वैल्यूज बननी है। क्या समझ लगी गल? Yes, sir. Yes, sir. सारिਆਂ ਨੂੰ क्लियर है फर्स्ट न्यूमेरिकल? Yes, sir. Yes. Yes, sir. Yes, sir. हाँ जी Yes, sir. चलो ਹੁਣ ਇਹ ਚ h1 h2 ਤੇ ਟਾਈਮ ਇਹ ਤਿੰਨ ਚੀਜ਼ਾਂ ਚਾਹੀਦੀਆਂ, ਤਿੰਨੇ ਆਪਣੇ ਕੁਐਸਚਨ ਚਾਹੀਦੀਆਂ, वो सब्स्टिट्यूट कर दो अपने फर्स्ट न्यूमेरिकल का आंसर आ जाएगा। हो जाएगा फर्स्ट न्यूमेरिकल? Yes, sir. Yes, sir. बोलो जी बोलो। ਸਰ ਜਿਹੜਾ ਇਹਦਾ ਵੈਲਿਊ ਆ ਨਾ ਉਹ ਅੰਡਰ ਰੂਟ ਤੇ ਆ ਰਹੀ ਹੈ, ਜਿੱਦਾਂ ਹੁਣ ਅੰਡਰ ਰੂਟ 2 × 9.8 + 3 + कोई काफी इनु ਹੁਣ ਵੈਲਿਊ ਤਾਂ ਸੋਲਵ ਕਰਨੀ ਆਂਦੀ ਹੋਣੀ ਚਾਹੀਦੀ ਕਿ ਨਹੀਂ? ਸਰ ਆਪਾਂ ਆਪ ਨਹੀਂ ਮੈਂ ਫ੍ਰੈਕਸ਼ਨ ਚ ਛੱਡ ਸਕਦਾ ਮੈਂ ਆਨਸਰ ਦੀ ਕੈਲਕੂਲੇਸ਼ਨ ਆਉਂਦੀ ਹੋਵੇ। ਮੈਂ ਤੁਹਾਨੂੰ ਐਗਜ਼ੈਕਟ ਆਨਸਰ ਇਹਨਾਂ ਦੇ ਕੀ ਆ ਉਹ ਵੀ ਲਿਖ ਕੇ ਭੇਜ ਦਾਂਗਾ। ਥੈਂਕ ਯੂ ਸਰ। ਚਲੋ ਸੈਕਿੰਡ ਨੂਮੈਰਿਕਲ ਹੈਗਾ prove that distance covered during equal interval of time। traverse word ਦਾ ਮਤਲਬ covered distance cover ਹੀ ਆ, ठीक है। prove that the distance covered during equal interval of time by a body falling from rest stand to one another in the same ratio as the odd number beginning with unity। सिर्फ उन्हें क्वेश्चन दी स्टेटमेंट नु औखा कीता वा। उन्हें ये कहा कि भी प्रूव है करो distance covered during equal interval of time, ठीक है, by a body falling from rest। आ बॉडी मेरे हथ खड़ी हुई इनु मैं रेस्ट दे विच इस वेले हैगी, जदों इनु मैं फॉल करावांगा मान लो इनु ग्राउंड तक डिगदे 5 सेकंड लगे बेटा। उन्हें मैनू कहा कि हर इक्वल इंटरवल ऑफ टाइम, इक्वल इंटरवल ऑफ टाइम का मतलब जे मैं कहां पहले सेकंड दे विच इहदा डिस्टेंस कढ लो, जे मैं कहां दूजे सेकंड, मैं 2 सेकंड नहीं कहा, ठीक है, मैं 2 सेकंड नहीं कहा, दूजा सेकंड गया, ठीक है। जे मैं कहां 3 सेकंड नहीं कह रहा, तीजा सेकंड, ता एक सेकंड दे इक्वल इंटरवल बनोगे। क्या आ डिफरेंस समझ लगे जो बोलिया मैं? Yes, sir. Yes, sir. Yes, sir. पहले सेकंड च बॉडी का डिस्टेंस कढो, दूजे सेकंड च डिस्टेंस कढो, तीजे सेकंड च कढो, चौथे च कढो,
एंड सो ऑन। वो कहंदा जेडे वो डिस्टेंसेस दी वैल्यू आएगी ना वो ऑड नंबर दी रेशियो दे बराबर ऑड नंबर जेडे ने ओदी रेशियो दे बराबर होएगी। ठीक है हुण ए एस सच सोचण वाली गल इको ही है सिर्फ फार्मूला केड़ा ले हुण अपने कोल उन्हें क्या डिस्टेंस कवर्ड इन इक्वल इंटरवल और असी ओदे च क्या पहले सेकंड दा डिस्टेंस दूजे सेकंड दा डिस्टेंस तीजे सेकंड दा डिस्टेंस ते जदों मैं पर्टिकुलर सेकंड दा डिस्टेंस कटना केड़ी इक्वेशन हुंदी है अपने कोल Sn is equal to un plus a by 2n minus 1. बिल्कुल एसएन ने डीएन आपको दा सिंबल दिता सी बेटा डिस्टेंस ट्रैवल्ड इन nth सेकंड वो मैं क्या सी एक पर्टिकुलर सेकंड वास्ते इक्वेशन है ठीक है ये सिर्फ ये ध्यान रखना और कुछ नहीं हैगा ਆਪਾਂ ਇਹ कह रहे हैं कि we know that dn equal to u plus a by 2 into 2n minus 1 इस इक्वेशन ਦੇ ਅਕੋਰਡਿੰਗਲੀ ਪਹਿਲੇ ਸੈਕਿੰਡ ਦਾ ਦੂਜੇ ਸੈਕਿੰਡ ਦਾ ਯਾਨੀ ਇੱਕ ਵਾਰੀ n ਤੁਹਾਡਾ 1 ਹੋ ਗਿਆ ਇੱਕ ਵਾਰੀ n ਤੁਹਾਡਾ 2 ਹੋ ਗਿਆ ਇੱਕ ਵਾਰੀ n ਤੁਹਾਡਾ 3 ਹੋ ਗਿਆ ਉਹ ਵੈਲਿਊਜ਼ ਭਰੀ ਚੱਲੋ a ਦੀ ਵੈਲਿਊ g ਦੇ ਬਰਾਬਰ ਆ ਜਾਏਗੀ u ਮੇਰਾ 0 ਹੋਏਗਾ ਸਟਾਰਟ ਫਰਮ ਰੈਸਟ ਆ ठीक है ਇਹਦਾ ਮਤਲਬ ਜੇ ਮੈਂ d1 ਕੱਢਣਾ ਜੇ ਮੈਂ d1 ਕੱਢਣਾ u0 g/2 into 2 into 1 minus 1 ठीक है अपने को वैल्यू आ गई g/2 2 minus 1 तो 1 ही रह गया जे मैं d2 ਕੱਢਣਾ 0 plus g/2 into 2 into 2 minus 1 सॉल्व कर ला 4 minus 1 3 3 g/2 आ गया ਇਹਦੇ ਜੇ ਮੈਂ d3 ਕੱਢਣਾ ਠੀਕ ਹੈ ਤੇ d3 ਦੀ ਵੈਲਿਊ ਸਾਡੇ ਕੋਲ ਜਿਹੜੀ ਹੋਏਗੀ ਉਹ ਆ ਗਈ ਜੀ g/2 2 into 3 minus 1 यानी 5 g/2 आ जाऊ and so on ਤੇ ਜੇ ਮੈਂ d1 d2 d3 ਦੀ ਰੇਸ਼ੋ ਘਟਾ ਤੇ ਰੇਸ਼ੋ ਆ ਗਈ 1 into g/2 3 into g/2 5 into g/2 and so on ਤੇ g/2 सारे जो कैंसिल हो जाओ Yes, sir. yes sir therefore सारी रेशियो आ जाएगी d1 is to d2 is to d3 1 is to 3 is to 5 ਆ ਸਾਡੀ ਰੇਸ਼ੋ ਨੇ ਕਿਹਾ ਸੀ ਕਿ ਜਿਹੜੇ ਡਿਸਟੈਂਸ ਟਰੈਵਲ ਹੋਣਗੇ ਹਨਾ ਉਹ ਔਡ ਨੰਬਰ ਦੀ ਫਾਰਮ ਚ ਡਿਸਟੈਂਸ ਆਣਗੇ ਠੀਕ ਹੈ ਉਹਦੀ ਵੈਲਿਊ ਕਿਆ ਕਲੀਅਰ ਆ Yes, sir. Yes, sir. ਸਾਹਿਲ ਰੰਦੇਵ Yes, sir. यस सर ਉਹ ਜਾ ਕੇ ਆਪਣੀ ਹਾਜ਼ਰੀ ਦਿਖਾ ਰਿਹਾ नहीं सर मैं सर मेरा डॉक्टर से सीखा सर तां थोड़ा लेट हो गया सॉरी सर ਹੈ मैं सर डॉक्टर से गया सर तां थोड़ा लेट हो गया ਮੇਰੇ ਜਾ ਕੇ ਬਹਿ ਗਏ हाँ सर चलो फर्स्ट 3 चो ठीक है जी फर्स्ट ते सेकंड डाउट क्या सी दोनों हो गए क्या और के डाउट है चलो फोर्थ फिफ्थ ते सिक्स्थ इना तिन्ना न्यूमेरिकल चो किसी दा कोई डाउट तो बोलो Sir, fifth question. Sir, 6th, 7th. केड़ा कह रहे हो अमन Sir, 6th and 7th. 6th, sir. 6th एंड 7th फिफ्थ भी क्या ही करें फोर्थ हो गया क्या सारे को yes sir Yes, sir. No, sir. Yes, sir. प्रथम की कहना नो सर No, sir. नहीं हुआ sir. कीता नहीं कि होया नहीं हुआ नहीं. बाकियां दा हो गया रिजुअल yes sir रिजुअल फोर्थ न्यूमेरिकल हाँ जी सर फोर्थ न्यूमेरिकल हो गया नो सर ये तो क्या नहीं आंदा है सर उसने पहले बोल दिया था नहीं इदा नहीं बचे मैं तो सारे नु पूछदा पे तो सारे ही रिस्पोंड करूंगे अपनी इंडिविजुअल प्रॉब्लम आप दसनी है नहीं तो मैं पूछ लेनी है फिर तो एक्सप्लेन करना पैना मैं किसी भी क्वेश्चन पे पूछ लेना हर एक नु ठीक है जेड़ा नहीं बोलिया ਇਹਦਾ मतलब ਉਹਨੂੰ ਆਂਦਾ ਹੋਊਗਾ ਫਿਰ ਉਹ ਐਕਸਪਲੇਨ ਕਰੂਗਾ ਫਿਰ ਚਲੋ 4th 5th 6th 7th ਚਾਰੇ ਕਿਹੜੀ ਕਹਿ ਰਹੇ ਹੋ ਚਾਰੇ ਕਰਾਉਣ ਲੱਗਿਆ ਜਲਦੀ ਜਲਦੀ 4th numerical ਜੋ ਨੇ ਇਹ ਕਿਹਾ ਆਪਣੇ ਕੋਲ a body travel a distance of 2 meter ਇਹ ਕੁਝ ਸਮਝਣ ਵਾਲੀ ਚੀਜ਼ ਸੀਗੀ a body travel a distance of 2 meter in 2 seconds and 2.2 meter in the next 4 seconds
you have to calculate what will be the velocity of the body at the end of 7th second from the start। इस लाइन का मतलब है, ठीक है। उन्हें अपने न्यूमेरिकल्स की किया, जे आ स्ट्रेट लाइन की ਆਪਾਂ ਗੱਲ ਕਰੀਏ, ਇਥੋਂ ਮੋਸ਼ਨ ਸਟਾਰਟ ਕੀਤੀ, ਇਥੋਂ ਮੋਸ਼ਨ ਆਪਾਂ ਸਟਾਰਟ ਕੀਤੀ ਆ, ਠੀਕ ਆ। ਤੇ ਉਹਨੇ ਆਪਾਂ ਨੂੰ ਡਿਫਾਈਨ ਕੀਤਾ ਕਿ ਬੋਡੀ ਨੇ 2 ਮੀਟਰ 2 ਸੈਕਿੰਡਸ ਕਵਰ ਕੀਤੇ। ਮੰਨ ਲਓ ਇੱਥੇ ਤੱਕ ਦਾ ਟਾਈਮ ਜਿਹੜਾ ਇਹ ਮੇਰਾ 2 ਸੈਕਿੰਡ ਆ, ਤੇ ਇੱਥੇ ਤੱਕ ਬੋਡੀ ਦਾ ਡਿਸਟੈਂਸ ਕਵਰ 2 ਮੀਟਰ। ਕੀ ਗੱਲ ਸਮਝ ਆਈ? Yes. Yes, sir. ਇਸ ਤੋਂ ਬਾਅਦ ਉਹਨੇ ਕਿਹਾ ਐਂਡ 2.2 ਮੀਟਰ ਇਨ ਨੈਕਸਟ 4 ਸੈਕਿੰਡ, ਯਾਨੀ ਇਥੋਂ B ਤੋਂ ਲੈ ਕੇ C ਤੱਕ, B ਤੋਂ ਲੈ ਕੇ C ਤੱਕ ਮੇਰੇ ਕੋਲ ਜਿਹੜਾ ਡਿਸਟੈਂਸ ਆ ਇਹ 2.2 ਮੀਟਰ ਆ, ਡਿਸਟੈਂਸ ਮੇਰਾ 2.2 ਮੀਟਰ ਆ, ਤੇ ਇਹਦਾ ਟਾਈਮ ਜਿਹੜਾ ਡਿਫਾਈਨ ਕੀਤਾ ਉਹਨੇ ਇਨ ਨੈਕਸਟ 4 ਸੈਕਿੰਡ, यानी आ डिस्टेंस को कवर करने के लिए टाइम लग गया 4 सेकंड। क्या इतनी गल समय लगी? yes Yes, sir. Yes, sir. Yes, sir. स्टार्ट तो चलना इथे तक, ते इथे तक का टाइम मेरा ਜਿਹੜਾ ਵਾ ਉਹ 6 ਸੈਕਿੰਡ ਹੋ ਗਿਆ, ਤੇ ਇਥੇ ਤੱਕ ਦਾ ਡਿਸਟੈਂਸ ਮੇਰਾ 4.2 ਮੀਟਰ ਹੋ ਗਿਆ। ਮੈਨੂੰ ਇਹ ਚੀਜ਼ ਕਿਉਂ ਕਰਨ ਦੀ ਲੋੜ ਪੈ ਗਈ, ਕਿੱਥੋਂ ਸੋਚ ਆਈ? ਉਹਨੇ ਕੁਐਸਚਨ ਚ ਅਗਲੀ ਲਾਈਨ ਕਹੀ ਆ, what will be the velocity of the body at the end of 7th second from the start। ਇਹਦਾ ਮਤਲਬ ਜੇ ਆ D ਪੁਆਇੰਟ ਤੱਕ ਪਹੁੰਚਦੇ, ਠੀਕ ਹੈ ਜੀ, D ਪੁਆਇੰਟ ਤੱਕ ਪਹੁੰਚਦੇ 1 ਸੈਕਿੰਡ ਹੋਰ ਲੱਗ ਗਿਆ, 1 ਸੈਕਿੰਡ ਹੋਰ ਲੱਗ ਗਿਆ, ਤੇ ਮੈਨੂੰ ਇਹ ਪੁੱਛੀ what will be the velocity of the body at the end of 7th second। ਆ ਸੈਕਿੰਡ ਪੂਰੇ ਹੁੰਦੇ ਤੱਕ, ਠੀਕ ਹੈ ਜੀ, ਤੁਸੀਂ ਬੋਡੀ ਦੀ ਵੈਲੋਸਿਟੀ ਦੱਸਣੀ, ਪਰ ਇਹਨੂੰ ਸਟਾਰਟ ਤੋਂ ਗਿਣਨਾ, ਤੇ ਜੇ ਇੱਥੇ ਤੱਕ ਦਾ ਟਾਈਮ ਅਸੀਂ ਸਟਾਰਟ ਤੋਂ ਗਿਣਿਆ, ਤੇ ਆ ਵੀ ਮੇਰੇ ਕੋਲ ਇੱਥੇ ਤੱਕ ਦਾ ਜਿਹੜਾ ਡਿਸਟੈਂਸ ਤੇ ਟਾਈਮ ਉਹ ਸਟਾਰਟ ਤੋਂ ਗਿਣਾਂਗੇ। क्लियर है निकल? Yes, sir. Yes, sir. Yes, sir. ये ਤੁਸੀਂ ਕਿਹਦੇ ਕਰਨੀਆ ਉਹਦੀ ਐਸਐਚ ਕਹਿੰਦਾ ਜੀ ਵੈਲੋਸਿਟੀ ਕਿੰਨੀ ਹੈ, ਠੀਕ ਆ। ਤੇ ਮੈਂ ਵੈਲੋਸਿਟੀ ਕੱਢਣੀ ਐਟ ਦਾ ਐਂਡ ਆਫ 7th ਸੈਕਿੰਡ। ਕਿਹਦਾ ਕਰਨਾ ਚਤਨਿਆ ਗੁਪਤਾ? ਹਾਂਜੀ ਸਰ। ਕਿਹਦਾ ਕਰੀਏ? ਵੈਲੋਸਿਟੀ ਆਪਾਂ ਫਾਰਮੂਲੇ ਨਾਲ ਕਰ ਲਾਂਗੇ, ਉਹਲੇ x ut plus half at square। s ut plus half at square ਕੀ ਕਰੇਗਾ? ਸਰ ਮੈਂ ਸਰ ਇਦਾਂ ਕੀਤਾ ਸੀਗਾ ਸਰ, ਮੈਂ ਦੋ ਇਕੁਏਸ਼ਨਸ ਬਣਾ ਲਿਆ ਸੀਗਾ u ਤੇ a ਦੀ ਫਾਰਮ ਚ, ਤੇ ਸਰ ਦੋਨਾਂ ਨੂੰ ਇਕੁਏਟ ਕਰਕੇ ਨਾ u ਤੇ a ਦੀ ਵੈਲਿਊ ਕੱਢ ਲਈ ਸੀਗੀ, ਤੇ ਫਿਰ ਸਰ ਮੈਂ ਨਾ ਉਹ u ਤੇ a ਦੀ ਵੈਲਿਊ 7 ਸੈਕਿੰਡ ਵਾਲੇ ਫਾਰਮੂਲੇ ਚ ਪਾਤੀ ਸੀਗੀ। 7 ਸੈਕਿੰਡ ਵਾਲਾ ਕਿਹੜਾ ਫਾਰਮੂਲਾ? ਉਹ ਸੇਮ ਫਾਰਮੂਲਾ ਲੈ ਕੇ ਨਾ ਸਰ, ਜਿੱਦਾਂ x ਵਾਲਾ ਕੀ ਕਹਿੰਦੇ ਆ, ਤਾਂ ਮੈਂ ਤਾਂ ਵੈਲੋਸਿਟੀ ਪੁੱਛਣਾ, ਪਰ ਮੈਂ ਇਦਾਂ ਫਾਰਮੂਲਾ ਲੈ ਲਿਆ ਉਹਦਾ ਵੀ x half at square ਵਾਲਾ ਹੀ ut plus half at square, ਤੇ ਉਹਦੇ ਵਿੱਚ ਫਿਰ ਸਰ ਵੈਲਿਊ ਕੱਢਣੀ ਸੀ ਉਹਦੀ। ਅੱਛਾ, s ut plus half at square ਵਾਲੇ ਚੋਂ ਤੂੰ v ਕਿੱਦਾਂ ਲੱਭ ਲਿਆ ਹੋ? ਹੈ ਕੁੱਟ ਖਾਣੀ ਆ, ਪਹਿਲਾਂ ਸਹੀ ਬੋਲਿਆ ਤੇ ਬਾਅਦ ਚ ਭੁੱਲ ਗਿਆ ਕੀ ਆ। ਜਦੋਂ ਵੈਲੋਸਿਟੀ 7th ਸੈਕਿੰਡ ਤੇ ਕੱਢਣੀ ਆ, ਇੱਥੇ ਜੇ ਮੈਂ v ਕੱਢਣਾ, ਟਾਈਮ ਮੇਰਾ 7 ਸੈਕਿੰਡ ਆ, ਮੇਰੇ ਕੋਲ v ਤੇ t ਹੈਗਾ, ਕਿਹੜੀ ਇਕੁਏਸ਼ਨ ਲਾਵਾਂ ਜਿੰਨਾ v ਤੇ t ਲਿੰਕ ਹੁੰਦੇ ਆ? t is equal to u plus at। ਬੋਲਦਾ ਕੋਈ ਆ ਤੇ ਲਿਖਦਾ ਤਾਂ ਕੋਈ ਆ। ਅੱਛਾ, v equal to u plus at ਵਾਲੀ ਇਕੁਏਸ਼ਨ ਲਈਏ, ਇਹਦੇ ਵਿੱਚ ਤੁਸੀਂ ਵੈਲੋਸਿਟੀ ਕੱਢਣੀ ਆ 7th ਸੈਕਿੰਡ ਤੇ, 7th ਸੈਕਿੰਡ ਫਰੋਮ ਦਾ ਸਟਾਰਟ, ਤੇ ਜੇ ਫਰੋਮ ਦਾ ਸਟਾਰਟ ਚੱਲਣਾ ਤੇ ਮਤਲਬ ਇੱਥੇ ਉਹਦੀ ਇਨੀਸ਼ੀਅਲ ਵੈਲੋਸਿਟੀ ਮੈਨੂੰ ਪਤਾ ਹੋਵੇ ਕਿੰਨੀ। ਉਹਨੇ ਕੁਐਸਚਨ 'ਚ ਕਿਤੇ ਨਹੀਂ ਕਿਹਾ ਕਿ ਬਾਡੀ ਰੈਸਟ ਤੋਂ ਸ਼ੁਰੂ ਆ, ਇਸ ਲਈ u ਦੀ ਵੈਲਿਊ ਆਪਣੇ ਕੋਲ ਅਨਨੋਨ ਆ, ਠੀਕ ਆ। ਪੂਰੇ ਰਸਤੇ ਤੇ ਉਹਦੀ ਸਪੀਡ ਸੇਮ ਨਹੀਂ ਹੈਗੀ, ਸਪੀਡ ਉਹਦੀ ਚੇਂਜ ਹੁੰਦੀ ਪਈ ਆ, ਕਿਉਂਕਿ 2 ਸੈਕਿੰਡ 'ਚ 2 ਮੀਟਰ ਆ, ਅਗਲੇ 4 ਸੈਕਿੰਡ 'ਚ 2.2 ਮੀਟਰ, ਇਸ ਦੀ ਸਪੀਡ ਸੇਮ ਨਹੀਂ ਹੈਗੀ, ਵੈਲੋਸਿਟੀ ਉਹਦੀ ਚੇਂਜ ਆ, ਇਸ ਲਈ ਉਹਦੀ ਐਕਸਲਰੇਸ਼ਨ ਵੀ ਕੱਢਾਂਗੇ, ਠੀਕ ਆ। ਇਸ ਇਕੁਏਸ਼ਨ ਨੂੰ ਜੇ ਮੈਂ ਯੂਜ਼ ਕਰਨਾ, ਮੈਨੂੰ ਪਹਿਲਾਂ u ਤੇ a ਚਾਹੀਦਾ, ਫਿਰ v ਨਿਕਲ ਕੇ ਆਣਾ। क्या ਇਹ ਗੱਲ ਕਲੀਅਰ ਆ? Yes, sir. Yes, sir. Yes, sir. ਇਹਦੇ ਲਈ ਜੇ ਮੈਂ ਐਸੇ ਚ ਪਿਛਲੇ ਇੰਟਰਵਲ ਚ ਚੱਲਾਂ, ਇੱਕ ਇਕੁਏਸ਼ਨ ਜਦੋਂ ਮੈਂ 2 ਸੈਕਿੰਡ ਲਈ ਲਾਵਾਂਗਾ, 2 ਸੈਕਿੰਡ ਵਾਲੇ ਗੈਪ ਚ u ਮੇਰੇ ਕੋਲ ਹੈ ਨਹੀਂ, a ਮੇਰੇ ਕੋਲ ਹੈ ਨਹੀਂ, ਤੇ 2 ਸੈਕਿੰਡ ਚ ਮੇਰੇ ਕੋਲ s ਤੇ t ਹੈਗਾ, ਇਹਨਾਂ ਚਾਰ ਚੀਜ਼ਾਂ ਨਾਲ ਕਿਹੜੀ ਇਕੁਏਸ਼ਨ ਬਣੀ? S is equal to ut. Plus S half. is equal to ut plus half at square. Now s1 equal to u t1
प्लस हाफ a into t1 square है ना। ਇਹਦੇ ਵਿੱਚ ਜੇ ਇਕੁਏਸ਼ਨ ਲਿਖੀਏ ਤੇ s2 ਆ ਗਿਆ u ਲੱਭਣਾ ਵਾ ਟਾਈਮ 2 ਆ ਹਾਫ a into 2 ਦਾ ਸਕੁਅਰ ਆ ਮੇਰੀ ਫਸਟ ਇਕੁਏਸ਼ਨ ਬਣ ਗਈ। ਹੁਣ ਜੇ ਮੈਂ ਇਦਾਂ ਹੀ ਸੈਕੰਡ ਇੰਟਰਵਲ ਨੂੰ ਲੈ ਕੇ ਚੱਲਾਂ ਤੇ ਉਹਦੀ ਵੀ ਇਕੁਏਸ਼ਨ u into t2 plus ਹਾਫ a into t2 ਸਕੁਅਰ ਲਿਖਾਂ ਤੇ ਪੁੱਤ ਉਹ ਚ ਜਿਹੜਾ u ਆ ਉਹ ਜੇ ਇੱਥੋਂ ਸ਼ੁਰੂ ਕਰਨਾ ਮੈਂ ਆਹੀ u ਲੈਣਾ ਮੈਂ ਹਨਾ u1 ਤੇ u2 ਦੋ ਡਿਫਰੈਂਟ ਨਹੀਂ ਆਪਾਂ ਵੇਰੀਏਬਲ ਹੈ u ਇਨੀਸ਼ੀਅਲ ਵੈਲੋਸਿਟੀ ਮੈਨੂੰ ਉਹੀ ਚਾਹੀਦੀ ਹੈ ਮਤਲਬ ਮੋਸ਼ਨ ਜੇ ਮੈਂ ਸ਼ੁਰੂ ਤੋਂ ਸ਼ੁਰੂ ਕਰਨੀ ਹੈ ਨਾ ਤੇ ਮੈਂ ਆ ਵੱਖਰਾ ਇੰਟਰਵਲ ਨਹੀਂ ਲੈ ਸਕਦਾ ਇਹ ਵੱਖਰਾ ਇੰਟਰਵਲ ਨਹੀਂ ਹੋਏਗਾ ਹਨਾ ਇਸ ਇੰਟਰਵਲ ਨੂੰ ਇਹਦੇ ਨਾਲ ਜੋੜ ਕੇ ਮੋਸ਼ਨ ਸ਼ੁਰੂ ਤੋਂ ਗਿਣਨੀ ਪਏਗੀ ਇਸ ਲਈ a ਤੋਂ ਲੈ ਕੇ c ਤੱਕ ਦਾ ਡਿਸਟੈਂਸ ਤੇ ਟਾਈਮ ਇਕੱਠੇ ਹੋ ਜਾਣੇ क्या आ गल समझ लगी Yes, sir. Yes, sir. जे इनु लिख लवा ते अपनी इक्वेशन आ गई कि ना जी SH2 = 2u + 2a ये तो इक्वेशन बना लो 1 = u + a ये मेरी इक्वेशन 2 बनी इतना ही इक्वेशन 3 लिखो ठीक है नाउ S2 = u into t2 नहीं लिखांगा आ t3 वाला टाइम आएगा ठीक है डिस्टेंस मेरा s3 आ जाएगा ठीक है इनको s3 करना पे प्लस हाफ a into t3 स्क्वायर क्या इक्वेशन के वेरिएबल समझ आए किधर लेते हैं Yes, sir. Yes, sir. चलो ये जो वैल्यू आ गई s की वैल्यू अपनी हैगी 4.2 u लबना टाइम की वैल्यू हैगी 6 प्लस हाफ a into 6 स्क्वायर ठीक है इक्वेशन आ गई 4.2 = 6u plus 18a ठीक है इनो ये कॉमन फैक्टर में डिवाइड करिए कितने डिवाइड हो जू 6 6. 6 6 से बिल्कुल हो जाएगी केवल 0.7 = u plus 3a क्लियर है जी Yes, sir. yes sir आ इक्वेशन 2 ਤੇ इक्वेशन 3 ਜੇ ਸੋल्व ਕਰ ਲਾਂਗੇ ਕੀ ਨਿਕਲ ਆਉ Sir, acceleration. ਹੋਰ सर इनिशियल वेलोसिटी और एक्सेलरेशन दोनों मिल जाएगा दोनों निकल आने u भी आ जाना ਤੇ a भी ਤੇ ਦੋਨੋਂ ਵੈਲਿਊਜ਼ ਕੱਢ ਕੇ ਤੁਸੀਂ ਇਕੁਏਸ਼ਨ 1 ਚ ਭਰ ਦਿਓ ਤੇ ਆਪਣੇ ਕੋਲ b ਦੀ ਵੈਲਿਊ ਆ ਜਾਊ ਹੋ ਜਾਊਗਾ ਨਾ ਵੈਲਿਊ yes Yes, sir sir. Yes, Yes. sir. चलो करिए कंटिन्यू Yes, sir. yes sir Yes, sir. न्यूमेरिकल सेगा a ball thrown vertically upward with a speed 19.6 meter per second from top of a tower return to earth in 6 seconds find height of the tower गल समझे ध्यान जो दसांगा ये डबल साइडेड मोशन है बेटा डबल साइडेड मोशन का मतलब ये हुंदा कि उन्हें अपने क्वेश्चन च क्या कि भी आ ਤੁਹਾਡੇ ਕੋਲ ग्राउंड तो कोई टावर हैगा ਜਿਹਦੀ ਹਾਈਟ ਮੇਰੇ ਕੋਲ h ਹੈਗੀ ਹੈ ਇਤੋਂ ਤੁਸੀਂ ਕੋਈ ਬਾਡੀ ਉੱਪਰ ਨੂੰ ਸੁੱਟੀ ਆ ਜਿਹੜੀ ਫਾਈਨਲੀ ਗਰਾਊਂਡ ਦੇ ਉੱਤੇ ਆ ਕੇ ਡਿੱਗਦੀ ਪਈ ਕੀ ਆ ਗੱਲ ਸਮਝ ਆਈ yes Yes, sir sir. ਹੁਣ ਉਹਨੇ ਕਿਹਾ ਜੀ ਜਦੋਂ ਬਾਲ ਤੁਸੀਂ ਥਰੋ ਕੀਤੀ ਅਪਵਰਡ ਤੇ ਇਹਦੀ ਇੱਥੇ ਇਨੀਸ਼ੀਅਲ ਵੈਲੋਸਿਟੀ 19.6 ਮੀਟਰ ਪਰ ਸੈਕਿੰਡ ਆ ਤੇ ਜਿਹੜਾ ਬਾਲ ਨੂੰ ਟੋਟਲ ਟਾਈਮ ਲੱਗਿਆ ਵਾ ਹਨਾ ਟਾਵਰ ਤੋਂ ਲੈ ਕੇ ਉੱਪਰ ਜਾਣ ਤੇ ਉੱਪਰੋਂ ਫਿਰ ਵਾਪਸ ਥੱਲੇ ਤੱਕ ਆਉਣ ਚ ਉਹ ਟੋਟਲ ਟਾਈਮ ਲੱਗਿਆ ਜੀ ਉਹਨੂੰ 6 ਸੈਕਿੰਡ ठीक है यानी पूरे का पूरा टाइम जेड़ा वा वो 6 सेकंड इन्वॉल्वड है u अपने को 19.6 मीटर पर सेकंड आ कि ਤੁਸੀਂ ਟਾਵਰ ਦੀ ਹਾਈਟ ਕੱਢਣੀ ਤੇ ਹੁਣ ਇੱਕ ਮੈਥਡ ਪਹਿਲਾਂ ਸਮਝੇ ਦੋ ਮੈਥਡ ਦੱਸਾਂਗਾ ਇੱਕ ਮੈਥਡ ਇਹ ਹੋ ਸਕਦਾ ਕਿ ਤੁਸੀਂ ਇੱਥੋਂ ਲੈ ਕੇ ਇੱਥੇ ਤੱਕ ਦਾ ਇੱਕ ਟਾਈਮ ਇੰਟਰਵਲ ਬਣਾ ਲਓ ਇੰਨੇ ਪੋਰਸ਼ਨ ਚ ਜੇ ਮੈਂ ਚੱਲਾਂ ਮੇਰੇ ਕੋਲ ਕਿਹੜਾ ਕਿਹੜਾ ਵੇਰੀਏਬਲ ਹੋਏਗਾ Sir, U, V, or G. u t ਤੇ g t ਤਾਂ ਨਹੀਂ ਹੋਏਗਾ एक्सक्यूज मी सर Sir, acceleration due to gravity. Acceleration होगी, sir. u ਹੈਗਾ ਆਪਣੇ ਕੋਲ a ਹੈਗਾ ਆਪਣੇ ਕੋਲ v ਹੈਗਾ ਆਪਣੇ ਕੋਲ ਕਿਉਂਕਿ ਜਦੋਂ ਬਾਡੀ ਹਾਈਐਸਟ ਪੁਆਇੰਟ ਤੇ ਪਹੁੰਚ ਗਈ ਤੇ ਜੇ ਉਸ ਤੋਂ ਬਾਅਦ ਵਾਪਸ ਮੁੜੀ ਹੈ ਤੇ ਹਾਈਐਸਟ ਪੁਆਇੰਟ ਤੇ ਬਾਡੀ ਦੀ ਵੈਲੋਸਿਟੀ ਕੀ ਹੋ ਜਾਂਦੀ 0. 0. ਇਹ ਮਲ u ਹੈਗਾ a ਹੈਗਾ v ਹੈਗਾ t ਕੱਢ ਸਕਦੇ ਹਾਂ ਤੇ ਜੇ ਮੈਂ ਇੱਥੋਂ ਚੱਲ ਕੇ ਹਾਈਐਸਟ ਪੁਆਇੰਟ ਤੱਕ ਦਾ ਟਾਈਮ ਕੱਢ ਲਵਾਂ ਹਨਾ ਮੈਨੂੰ ਟੋਟਲ ਟਾਈਮ ਦਿੱਤਾ ਹੋਇਆ ਟੋਟਲ ਟਾਈਮ ਦੇ ਵਿੱਚੋਂ ਮੈਂ ਉਸ ਟਾਈਮ ਨੂੰ ਮਾਈਨਸ ਕਰ ਲਵਾਂ ਤੇ ਮੇਰੇ ਕੋਲ ਹਾਈਐਸਟ ਪੁਆਇੰਟ ਤੋਂ ਲੈ ਕੇ ਗਰਾਊਂਡ ਤੱਕ ਆਉਣ ਦਾ ਟੋਟਲ ਟਾਈਮ ਆਜੂ
Yes, Yes, sir. sir. ਜੇ ਮੇਰੇ ਕੋਲ ਟਾਈਮ ਆ ਗਿਆ, ਦੂਜੇ ਪਾਸੇ ਜਦੋਂ ਬੋਡੀ ਹਾਈਐਸਟ ਪੁਆਇੰਟ ਤੋਂ ਚੱਲਣੀ ਆ, ਉਹਦੀ ਇਨੀਸ਼ੀਅਲ ਵੈਲੋਸਿਟੀ ਕਿੰਨੀ? 0. 0. ਇਹਦਾ ਮਤਲਬ ਮੇਰੇ ਕੋਲ ਟਾਈਮ ਵੀ ਆ ਗਿਆ, u ਵੀ ਆ ਗਿਆ, a ਵੀ ਆ ਗਿਆ, ਤੇ ਫਿਰ ਆਪਾਂ ਟੌਪ ਤੋਂ ਲੈ ਕੇ ਬਾਟਮ ਤੱਕ ਦੀ ਡਿਸਟੈਂਸ ਕੱਢ ਸਕਦੇ ਹਾਂ। Yes, sir. Yes, sir. ਟੋਟਲ ਡਿਸਟੈਂਸ ਮੈਂ ਕੈਲਕੂਲੇਟ ਕਰ ਲਿਆ, ਹੈਨਾ, ਤੇ ਇੱਥੋਂ ਲੈ ਕੇ ਬੋਡੀ ਕਿੰਨਾ ਹਾਈਟ ਤੱਕ ਗਈ ਉਹ ਵੀ ਡਿਸਟੈਂਸ ਨਿਕਲ ਸਕਦਾ ਸੀ, ਕਿਉਂਕਿ u ਹੈਗਾ ਸੀ, v ਹੈਗਾ ਸੀ, a ਹੈਗਾ ਸੀ, ਤੇ ਹੁਣ ਟਾਈਮ ਵੀ ਹੈਗਾ। ਇਹ ਮਤਲਬ ਇਹਨਾਂ ਵੇਰੀਏਬਲ ਨਾਲ ਆਪਾਂ ਆ ਹਾਈਟ ਕੱਢ ਸਕਦੇ ਹਾਂ। Yes, Yes, sir. ਤੇ ਫਿਰ ਜੇ ਟੋਟਲ ਹਾਈਟ ਕੱਢੀ ਆ, ਉਸ ਹਾਈਟ ਦੇ ਵਿੱਚੋਂ ਇੱਥੋਂ ਲੈ ਕੇ ਇੱਥੇ ਤੱਕ ਦਾ ਜਿਹੜਾ ਡਿਸਟੈਂਸ ਆਇਆ ਉਹ ਮਾਈਨਸ ਕਰ ਦੋ, ਤੁਹਾਨੂੰ ਟਾਵਰ ਦੀ ਹਾਈਟ ਮਿਲ ਜੂ। ਕਲੀਅਰ ਆ? Yes, sir. yes, Yes. Yes, sir. Excuse me, sir. Yes, sir. बोलो। सर वो थोड़ा ब्लर सा लग रहा है जो आपने लिखा है सर, जरा लैपटॉप ना थोड़ा पास कर सकते हैं सर जहाँ लिखा है। क्लियर है? यस सर, अब क्लियर है। चलो मैं बोल भी देना एक गल समझ आई तो दसी मैं। Yes, sir. Yes, sir. ਇਹਦਾ ਦੂਜਾ ਇੱਕ ਹੋਰ ਮੈਥਡ ਹੈਗਾ, ਉਹ ਸ਼ਾਰਟਕਟ ਹੋਏਗਾ। ਜਦੋਂ ਵੀ ਡਬਲ ਸਾਈਡਡ ਮੋਸ਼ਨ ਆਵੇ ਨਾ, ਹੁਣ ਜਦੋਂ ਬਾਲ ਉੱਪਰ ਨੂੰ ਚੱਲੀ ਆ, u ਮੇਰਾ ਪੋਜ਼ਿਟਿਵ ਆ ਤੇ a ਮੇਰਾ ਨੈਗੇਟਿਵ ਆ, ਜਦੋਂ ਹਾਈਐਸਟ ਪੁਆਇੰਟ ਤੋਂ ਬਾਲ ਥੱਲੇ ਨੂੰ ਆਣੀ ਹੈ ਤੇ u ਮੇਰੀ ਜਿਹੜੀ ਇਨੀਸ਼ੀਅਲ ਵੈਲੋਸਿਟੀ ਡਾਊਨਵਰਡ ਚ ਆ ਗਈ, ਠੀਕ ਹੈ ਜੀ, ਯਾਨੀ ਉਹ ਨੈਗੇਟਿਵ ਹੋ ਜਾਏਗੀ, ਤੇ ਐਕਸਲਰੇਸ਼ਨ ਮੇਰੀ ਇਨ ਫੇਵਰ ਆਫ ਗ੍ਰੈਵਿਟੀ ਆ ਗਈ, ਉਹ ਪੋਜ਼ਿਟਿਵ ਹੋ ਜਾਊ। ਇਹ ਮਤਲਬ ਡਬਲ ਸਾਈਡਡ ਮੋਸ਼ਨ ਦੇ ਅੰਦਰ u ਤੇ a ਹਮੇਸ਼ਾ ਆਪੋਜ਼ਿਟ ਸਾਈਨ ਦੇ ਹੁੰਦੇ ਆ। ਕੀ ਆ ਗੱਲ ਸਮਝ ਲੱਗੀ? Yes, sir. Yes. यस ਜੇ ਮੈਂ ਡਾਇਰੈਕਟ s ut plus half at square ਇਕੁਏਸ਼ਨ ਦੇ ਅੰਦਰ ਇੱਕ u ਤੇ a ਨੂੰ ਪੋਜ਼ਿਟਿਵ ਔਰ ਦੂਜੇ ਨੂੰ ਨੈਗੇਟਿਵ ਭਰ ਲਵਾਂ, ਤੇ ਤੁਸੀਂ ਡਾਇਰੈਕਟ ਜਿਹੜਾ ਉਹ s ਕੱਢ ਸਕਦੇ। ਆ ਕਹਿ ਰਹੇ ਹਾਂ we know that h ut plus half at square। ਇਹਦੇ ਵਿੱਚ ਜੇ ਮੈਂ ਐਸ ਐਚ ਕੱਢਣਾ, u ਦੀ ਵੈਲਿਊ ਮੈਂ ਮਾਈਨਸ ਪੁੱਟ ਅਪ ਕਰ ਲਵਾਂ ਇਨਟੂ ਟਾਈਮ ਦੀ ਵੈਲਿਊ 6 ਗਿਵਨ ਆ, a ਦੀ ਵੈਲਿਊ ਮੈਂ 9.8 ਪਲੱਸ ਭਰ ਦਵਾਂ, ਠੀਕ ਆ, a ਦੀ ਵੈਲਿਊ ਮੈਂ ਪਲੱਸ ਪੁੱਟ ਅਪ ਕਰ ਲਵਾਂ, ਤੇ ਫਿਰ ਮੇਰੇ ਕੋਲ ਡਾਇਰੈਕਟ ਇੱਕ ਮਾਈਨਸ ਔਰ ਪਲੱਸ ਨਾ ਜਿਹੜਾ ਡਾਇਰੈਕਟ ਹਾਈਟ ਆਫ ਟਾਵਰ ਨਿਕਲ ਆਣੀ। ਕੀ ਆ ਗੱਲ ਸਮਝ ਲੱਗੀ ਜੋ ਬੋਲੀ ਮੈਂ? yes, sir. Yes, Yes, sir. sir. Yes, इधर लिख रहे हैं दोबारा h की वैल्यू आ गई -19.6 into 6 plus half into 9.8 into 36। ਇਹਨੂੰ ਸੋਲਵ ਕਰ ਦਿਓ, ਤੁਹਾਡਾ h ਡਾਇਰੈਕਟ ਨਿਕਲ ਆਏਗਾ। ਆਪਾਂ ਨੂੰ ਵੱਖਰੇ ਵੱਖਰੇ ਟਾਈਮ ਕੱਢਣੇ, ਉਹ ਕੁਝ ਨਹੀਂ ਕਰਨ ਦੀ ਲੋੜ ਪਏਗੀ। ਹੋ ਜੂ? Yes, sir. Yes, sir. सर वो थोड़ा ब्लर दिख रहा है वो जो आपने लिखा है। टाइम लिखा सी 6 सेकंड, इनिशियल वेलोसिटी लिखी ਆਪਾਂ 19.6 मीटर पर सेकंड, हाइट ਅਸੀਂ ਕੱਢਣੀ ਹੈ। ਇੱਥੇ ਵੀ u ਦੀ ਵੈਲਿਊ 19.6 मीटर पर सेकंड ਉਹੀ ਲਿਖੀ ਆ, ਠੀਕ ਹੈ ਜੀ। h ਆਪਾਂ ਹਾਈਟ ਜਿਹੜੀ ਕੈਲਕੂਲੇਟ ਕਰਨੀ ਹੈ। क्लियर है? यस सर। sir equation sir. नहीं समझ आ रही shortcut वाली। ठीक है जी। सर ਜਿਹੜੀ इक्वेशन बनाई है ना शॉर्टकट मेथड से सर वो समझ नहीं आई मेरे को। ਉਹ ਬਹੁਤੇ ਆਪਾਂ ਉਹੀ ਇਕੁਏਸ਼ਨ ਲਾਈ ut plus half at square, ਪਰ ਜਦੋਂ ਡਬਲ ਸਾਈਡਡ ਮੋਸ਼ਨ ਆ ਉਹਦੇ ਚ ਉਹਨੂੰ ਸ਼ਾਰਟਕਟ ਇਹ ਹੁੰਦਾ ਕਿ ਵੀ u ਤੇ a ਇੱਕ ਪੋਜ਼ਿਟਿਵ ਇੱਕ ਨੈਗੇਟਿਵ ਭਰ ਕੇ ਉਹਨੂੰ ਸੋਲਵ ਕਰ ਦਿਓ, ਠੀਕ ਹੈ, ਉਹ ਡਾਇਰੈਕਟ ਤੁਹਾਡੀ ਹਾਈਟ ਨਿਕਲ ਆਉਂਦੀ ਹੈ, ਕਿਉਂਕਿ ਇੱਥੇ ਮਾਈਨਸ ਆਨ ਕਰਕੇ, ਠੀਕ ਹੈ ਨਾ, ਤੇ ਇਹ ਆਪਸ ਚ ਦੋਨੋਂ ਡਿਸਟੈਂਸ ਜਿਹੜੇ ਆ ਵੀ ਡਿਸਟੈਂਸ ਆ ਤੇ ਆ ਵੀ ਡਿਸਟੈਂਸ ਆ, ਇਹ ਮਾਈਨਸ ਹੋ ਜਾਣੇ, ਤੇ ਨੈਟ ਵੈਲਿਊ ਜਿਹੜੀ ਹੋਏਗੀ ਉਹ ਇੰਨੀ ਹਾਈਟ ਨੂੰ ਰਿਪਰੈਜ਼ੈਂਟ ਕਰੇਗੀ। ऊपर वाला हाइट का पोर्शन ऑटोमेटिकली विचों निकल जाता है उसमें। क्लियर है? यस सर। ये वैसे भी ध्यान ना सोच के देखो, ਜਦੋਂ ਬੋਡੀ ਇਥੋਂ ਮੰਨ ਲਓ 3 ਮੀਟਰ ਉੱਪਰ ਗਈ, ਮੁੜ ਕੇ ਮੈਂ ਕਹਾਂ 7 ਮੀਟਰ ਥੱਲੇ ਆਈ, ਤੇ 7 ਮੀਟਰ ਚੋਂ 3 ਮੀਟਰ ਜਦੋਂ ਉੱਪਰ ਗਈ ਤਾਂ 3 ਮੀਟਰ ਤੇ ਆਈ ਨਿਕਲ ਗਏ। ਇਹ ਮਤਲਬ ਇੰਨੇ ਪੋਰਸ਼ਨ ਤੇ ਜੇ ਬਾਲ ਆਣੀ ਹੋਵੇ ਵਾਪਸ ਜਿੱਥੇ ਪੈਨ ਰੱਖਦਾ ਪਿਆ, ਤੇ ਇੱਥੇ ਉਹਦੀ ਡਿਸਪਲੇਸਮੈਂਟ ਕਿੰਨੀ ਹੈ? ਸਰ 0 0। ਇਹਦਾ ਨੈਟ ਡਿਸਟੈਂਸ ਤੇ ਆਈ 4 ਮੀਟਰ ਵਾਲਾ ਰਿਹਾ। यस सर। ਕਲੀਅਰ ਹੈ ਸਾਰਿਆਂ ਨੂੰ? Yes, sir. Yes, sir. यस सर। ਸਵੇਰ ਦਾ ਟਾਈਮ ਇੰਨਾ ਸੁਸਤ ਹੋ ਕੇ ਬੋਲਦੇ ਨਾ। ਕਲੀਅਰ ਹੈ ਸਾਰਿਆਂ ਨੂੰ? यस सर। Yes, sir.
चलो Yes, sir. न्यूमेरिकल हैगा a body travel a distance of 20 meter in 7th second and 24 meter in 9th second. How much distance shall it travel in the 15th second? की given है जी तो की solve करना आपका बोलो जल्दी सर 2 टाइम इंटरवल्स का डिस्टेंस गिवन है हमें सर 15 सेकंड वाले टाइम इंटरवल में निकालना है कि वो कितना डिस्टेंस ट्रैवल करेगा केड़ी इक्वेशन लवांगे सर एसएन वाली हां u plus a Sir, by U 2 plus n a by 2 distance minus traveled in 1. n second वाले से कर लेंगे ਤੁਹਾਨੂੰ ਨੇ ਕੁਐਸਚਨ ਜੇ ਕਿਹਾ ਸੀਗਾ ਬੋਡੀ ਟਰੈਵਲ ਅ ਡਿਸਟੈਂਸ ਆਫ 20 ਮੀਟਰ ਇਨ 7th ਸੈਕਿੰਡ 7th ਸੈਕਿੰਡ ਦਾ ਮਤਲਬ d7 ਆ ਗਿਆ yes sir d7 ਦੀ ਵੈਲਿਊ ਨੇ ਬੋਲ ਦਿੱਤੀ ਆਪਣੇ ਕੋਲ ਕਿੰਨੀ ਹੈ 15 ਮੀਟਰ ਨਹੀਂ ਸੌਰੀ 20 ਮੀਟਰ ਆ ਡਿਸਟੈਂਸ ਆਪਣੇ ਕੋਲ 20 ਮੀਟਰ ਉਸ ਤੋਂ ਬਾਅਦ ਉਹਨੇ ਕਿਹਾ ਜੀ 24 ਮੀਟਰ ਇਨ 9th ਸੈਕਿੰਡ ਯਾਨੀ d9 24 ਮੀਟਰ ਤੇ d15 ਦੀ ਵੈਲਿਊ ਕੱਢਣੀ ਹੈ ਤੇ ਜੋ ਆਪਾਂ ਕੈਲਕੂਲੇਟ ਕਰਨਾ ਆਪਾਂ ਉਹਦੀ ਇਕੁਏਸ਼ਨ ਲਿਖਦੇ ਹਾਂ ਠੀਕ ਹੈ ਵੀ ਨੋ ਦੈਟ d15 ਵਾਸਤੇ ਇਕੁਏਸ਼ਨ ਲਿਖਾਂ u a by 2 into 2 into 15 minus 1 ਇਹ ਆ ਜਾਓ yes sir ਕੋਈ ਕਲੀਅਰ ਆ Yes, sir. yes sir yes sir ਹੁਣ ਇਹਨੂੰ ਸੋਲਵ ਕਰਨਾ ਤਾਂ ਮੈਨੂੰ u ਤੇ a ਚਾਹੀਦਾ u ਤੇ a ਹੈ ਨਹੀਂ ਉਹਦੀ ਥਾਂ ਤੇ d7 d9 ਦੋ ਵੇਰੀਏਬਲ ਹੈਗੇ ਆ ਇਹ ਮੈਂ ਦੋ ਵਾਰੀ ਇਕੁਏਸ਼ਨ ਬਣਾਣੇ ਹੋਰ ਠੀਕ ਹੈ ਨਾਓ d7 ਦੀ ਇਕੁਏਸ਼ਨ ਲਿਖਾਂ u a by 2 into 2 into 7 minus 1 ਤੇ d7 ਦੀ ਆਪਣੀ ਵੈਲਿਊ 20 ਹੈਗੀ ਆ ਇਹ ਮੈਂ 20 equal to u plus 14 minus 1 13 13a by 2 यानी अपनी इक्वेशन बन गई 40 equal to 2u plus 13a ये इक्वेशन 1 कह दो आ इक्वेशन 2 आ गई क्लियर है निकल yes sir Yes, sir. ਇਹਦੇ ਅਗਲੀ ਇਕੁਏਸ਼ਨ d9 ਦੀ ਲਿਖਾਂ ਤੇ d9 ਦੀ ਥਾਂ ਤੇ ਵੈਲਿਊ ਕਰ ਦੋ 24 equal to u plus a by 2 into 9 into 2 minus 1 ठीक है इक्वेशन बन गई अपने को 2 नाल ही मल्टीप्लाई कर लो 48 equal to 2u plus 17a कितने बनया जी yes sir यस सर कोई आई आजू yes sir चलो इक्वेशन 3 आ गई ਤੇ ਹੁਣ ਫਿਰ ਉਹੀ ਹੋਏਗਾ ਇਕੁਏਸ਼ਨ 2 ਤੇ ਇਕੁਏਸ਼ਨ 3 ਨੂੰ ਸੋਲਵ ਕਰੀਏ ਤੇ ਇਹਨਾਂ ਨੂੰ ਸੋਲਵ ਕਰਕੇ u ਤੇ a ਫਾਈਂਡ ਆਊਟ ਕਰੋ ਮੁੜ ਕੇ ਵਾਪਸ ਇਕੁਏਸ਼ਨ 1 ਚ ਪੁੱਟ ਅਪ ਕਰ ਦਿਓ ਤੇ ਆਪਣੇ ਕੋਲ d15 ਦੀ ਵੈਲਿਊ ਆ ਜਾਊ ਹੋ ਜੂ ਨੂਮੈਰੀਕਲ यस Yes, sir. ਕਲੀਅਰ ਹੈ ਸਾਰਿਆਂ ਨੂੰ Yes, sir. excuse me sir ਬੋਲੋ ਜੀ ਸਰ ਮੈਂ ਸਰ ਪਿਛਲੇ ਨੂਮੈਰੀਕਲ ਚ ਨਾ ਕੁਝ ਵੱਖਰਾ ਤਰੀਕਾ ਲਾਇਆ ਤੇ ਉਹਦੇ ਨਾਲ ਨਾ ਆਂਸਰ ਸੇਮ ਹੀ ਆ ਰਿਹਾ ਵਾ ਦੋਵਾਂ ਤਰੀਕਿਆਂ ਨਾਲ 50 ਆਈ ਨਹੀਂ ਆਇਆ ਦੋਵਾਂ ਸਰ ਮੈਂ ਪਤਾ ਕੀ ਕੀਤਾ ਸਰ ਮੈਂ ਪਹਿਲਾਂ ਉਹ ਐਕਸਲਰੇਸ਼ਨ ਕੱਢ ਲਈ v u + 80 ਵਾਲੇ ਫਾਰਮੂਲੇ ਨਾਲ ਤੇ ਮੇਰੀ ਐਕਸਲਰੇਸ਼ਨ -3.26 ਆਈ ਸੀਗੀ ਉਹ ਐਕਸਲਰੇਸ਼ਨ ਕਿੱਥੋਂ ਕੱਢਣੀ ਐਕਸਲਰੇਸ਼ਨ ਦਾ ਪਿਛਲੇ ਕੁਐਸਚਨ ਚ ਡਿਊ ਟੂ ਗ੍ਰੈਵਿਟੀ ਦੇ ਬਰਾਬਰ ਆ ਇਹਦੀ ਗੱਲ ਕਰਦਾ ਪਿਆ ਹਾਂਜੀ ਸਰ ਇਹ ਚ a ਦੀ ਵੈਲਿਊ ਤਾਂ ਕੱਢਣੀ ਨਹੀਂ a ਤਾਂ g ਦੇ ਬਰਾਬਰ ਹੈਗਾ ਓਕੇ ਸਰ ਮੈਨੂੰ ਭੇਜ ਦੇ ਕੀ ਕੀਤਾ ਤੂੰ ਮੈਂ ਦੇਖ ਕੇ ਦੱਸ ਠੀਕ ਹੈ ਇਹ ਥੋੜਾ ਕੱਢਣਾ ਇਹ ਤੇ ਆਲਰੇਡੀ ਆਪਣੇ ਕੋਲ ਸਟੈਂਡਰਡ ਵੈਲਿਊ ਗ੍ਰੈਵਿਟੀ ਦੀ ਫੇਵਰ ਚ ਤੇ ਗ੍ਰੈਵਿਟੀ ਦੇ ਅਗੇਂਸਟ ਆਪਾਂ ਮੂਵ ਕਰਦੇ ਪਏ ਠੀਕ ਆ ਓਕੇ ਸਰ नेक्स्ट पढ़ो न्यूमेरिकल 7 हाँ जी चलो
करिए 7 शुरू। Yes. Yes. 7th numerical जो नहीं किया सीगा, from top of a tower 100 meter in height a ball is dropped and at the same time another ball is projected vertically upward from the ground with velocity 25 meter per second. Find when and where the two balls will meet. ये 9th ਵਿੱਚ ਵੀ क्वेश्चन ਸੀਗਾ ਤੁਹਾਡੇ। ਉਹਨੇ क्वेश्चन ये ਕਿਹਾ ਵਾ ਕਿ ਇੱਕ ਟਾਵਰ ਹੈਗਾ 100 ਮੀਟਰ ਦੀ ਹਾਈਟ ਆ। ਆ ਟਾਵਰ ਦੀ ਹਾਈਟ ਸਾਡੇ ਕੋਲ ਜਿਹੜੀ ਹੈ ਐਸ ਇੱਥੇ ਮੰਨ ਲਓ ਆ 100 ਮੀਟਰ ਉਹਨੇ ਟੋਟਲ ਹਾਈਟ ਕਹੀ ਆ। ਇਹ ਚੋਂ ਨੇ ਇਹ ਕਿਹਾ ਜੀ ਦੋ ਬਾਲਸ ਨੇ ਤੁਹਾਡੇ ਕੋਲ। A ball is dropped and at the same time ball is projected upward with velocity. ਜਿਹੜੀ ਬਾਲ ਡ੍ਰੌਪ ਕਰਾਂਗੇ ਇਹਦੇ ਲਈ ਕੀ ਹੋਏਗਾ ਆਪਣੇ ਕੋਲ? ਜਿਹੜੀ ਬਾਲ एक्सेलरेशन होगी। Acceleration and height. ਹਾਈਟ ਕਿੱਥੇ ਹੈ ਜੀ ਯਾਰ? सर 100 मीटर टावर के उससे ड्रॉप करेंगे। ਉਹਦਾ ਟੋਟਲ ਗਰਾਊਂਡ ਤੱਕ ਦੀ ਹਾਈਟ ਆ। ਉਹਨੇ ਕਿਹਾ ਜੀ ਫਾਈਂਡ when and where the two ball will meet. ਇਹ ਮੈਂ ਰਸਤੇ 'ਚ ਕਿਹੜਾ ਮੀਟ ਆਊਟ ਕੀਤੀਆਂ ਹੋਣਗੀਆਂ? Yes, sir. ਇਹਦਾ u ਗਿਵਨ ਆ, ਇਹਦੀ a ਦੀ ਵੈਲਿਊ ਗਿਵਨ ਆ, ਦੋ ਵੇਰੀਏਬਲ ਆ। ਠੀਕ ਆ, ਜਿਹੜੀ ਬਾਲ ਉੱਪਰ ਨੂੰ ਆਪਾਂ ਸੁੱਟੀ ਆ ਇਹਦਾ u ਆਪਣੇ ਕੋਲ ਗਿਵਨ ਆ 25 ਮੀਟਰ ਪਰ ਸੈਕਿੰਡ। ਇਹਦਾ a ਆਪਣੇ ਕੋਲ ਗਿਵਨ ਆ -g ਦੇ ਬਰਾबर। क्या ਆ ਦੋ ਵੇਰੀਏਬਲ ਕਲੀਅਰ? Yes, sir. Yes, sir. ਹੁਣ ਰਸਤੇ 'ਚ ਕੋਈ ਪੁਆਇੰਟ ਮਾਰਕ ਕਰ ਲਓ। ठीक है जी, आ मेरे को ऐसे कह दो A B और C। आ C ओ पॉइंट आ जिथे दो बॉल जड़ियां ने ये एक दूसरे नु मीट आउट करके निकल गई। ठीक है, आ पोजीशन दसनी है कि कदों आई सी। ਇਹਦਾ ਐਸ ਜੇ ਇੱਕ ਪਾਸਿਓਂ ਡਿਸਟੈਂਸ ਅਸੀਂ ਮੰਨ ਲਈਏ ਕਿ ਟੌਪ ਤੋਂ ਇਹਦਾ ਡਿਸਟੈਂਸ x ਹੈਗਾ ਤੇ ਥੱਲੇੋਂ ਇਹਦਾ ਡਿਸਟੈਂਸ ਕਿੰਨਾ ਆ ਗਿਆ? 100 minus x। X minus X. 100 minus x आ गया। ਇਹਦਾ ਮਤਲਬ s2 ਦੀ ਵੈਲਿਊ 100 minus x ਆ ਗਈ ਤੇ ਉੱਪਰ s1 ਦੀ ਵੈਲਿਊ ਮੇਰੀ x ਆ ਗਈ। क्या ਇੰਨੀ ਗੱਲ ਕਲੀਅਰ ਆ? Yes, sir. ਠੀਕ ਹੈ, ਤੇ ਜਦੋਂ ਇਹ ਦੋਨੋਂ ਬਾਲ ਮੀਟ ਕੀਤੀਆਂ ਤੇ ਉਹ ਟਾਈਮ ਨੂੰ ਆਪਾਂ t ਗਿਣ ਸਕਦੇ ਹਾਂ। Yes, sir. Yes, sir. ਸੋ ਇਹਨੂੰ ਇਦਾਂ ਸ਼ੁਰੂ ਕਰ ਰਿਹਾ, ਲੈਟ t be the time when the two balls will meet each other। ਜਦੋਂ ਦੋਨੋਂ ਬਾਲਸ ਮੀਟ ਕੀਤੀਆਂ ਉਸ ਵੇਲੇ ਜਿਹੜਾ ਟਾਈਮ ਆ, ਠੀਕ ਹੈ, ਉਸ ਮੰਨ ਲਿਆ t ਸੈਕਿੰਡ ਹੈਗਾ। ਤੇ ਜੇ ਹੁਣ ਮੈਂ ਪਹਿਲੇ ਬਾਲ ਵਾਸਤੇ ਲਿਖਾਂ ਉਹਦਾ u a s ਤੇ t ਇਹਨਾਂ ਚਾਰ ਵੇਰੀਏਬਲ ਚ ਇਕੁਏਸ਼ਨ ਲਿਖਣੀ ਹੋਵੇ ਤੇ s ut plus half it इसके राजू। Yes, sir. Yes, sir. for ball a s1 equal to u1 t1 नहीं लिखूंगा क्योंकि टाइम t ही रहना, टाइम दोनों च कॉमन होएगा, प्लस हाफ a into a1 into t square। ठीक है, ਇਹਦੇ ਚ ਡਿਸਟੈਂਸ ਨੂੰ x ਲਿਖ ਦੋ, ਇਨੀਸ਼ੀਅਲ ਵੈਲੋਸਿਟੀ 0 प्लस हाफ ਥੱਲੇ ਆਂਦੇ ਆਬਜੈਕਟ ਦੀ ਵੈਲੋਸਿਟੀ ਐਕਸਲਰੇਸ਼ਨ 9.8 प्लस ਦੇ ਵਿੱਚ ਆ into t square। ਇਹਦਾ ਮਤਲਬ ਮੇਰੇ ਕੋਲ ਇਕੁਏਸ਼ਨ ਬਣ ਗਈ s equal to 4.9 t square। क्या फर्स्ट इक्वेशन क्लियर है? yes sir। Yes, sir। ਇਹਦੀ ਬਾਲ b ਤੇ ਲਿਖ ਦਿਓ। बाल b वास्ते इक्वेशन लिखिए s2 equal to u2 into t plus half a2 into t square। डिस्टेंस आ गया 100 minus x और एदी इनिशियल वेलोसिटी गिवन है सानू 25 into t plus half a2 अपवर्ड जाते हुए एक्सेलरेशन g के बराबर ये पर नेगेटिव सीगी इसलिए आ माइनस कर देंगे। ठीक है जी, इतने वैल्यू आ गई 9.8 into t square। ये मतलब अपनी इक्वेशन बन गई 100 minus x equal to 25t minus 4.9 t square। क्या इतनी गल क्लियर? Yes, sir. हुन दो Yes, sir। बोलो जी। yes sir। ਹੁਣ ਜਿਹੜੀਆਂ ਦੋ ਇਕੁਏਸ਼ਨਾਂ ਬਣੀਆਂ ਜੇ ਇਹਨਾਂ ਨੂੰ ਕੋਰਿਲੇਟ ਕਰਨਾ ਤੇ ਇੱਕ x ਤੇ ਇੱਕ t ਦੋ ਅਨਨੋਨ ਵੇਰੀਏਬਲ
ਜੇ ਆ x ਦੀ ਵੈਲਿਊ 4.9 t ਸਕੁਅਰ ਆਪਾਂ ਇੱਥੇ ਸਬਸਟੀਟਿਊਟ ਕਰ ਲਈਏ ਤੇ ਇਹ ਪੂਰੀ ਇਕੁਏਸ਼ਨ t ਚ ਆ ਜਾਊ। Yes, sir. yes sir therefore next line ਚ ਲਿਖ ਦੋ 100 minus x ਦੀ ਥਾਂ ਤੇ ਵੈਲਿਊ ਬਣੀ 4.9 t ਸਕੁਅਰ equal to 25t minus 4.9 t ਸਕੁਅਰ ਤੇ 4.9 t ਸਕੁਅਰ ਦੋਨੋਂ ਪਾਸੇ ਮਾਈਨਸ ਹੋਣ ਕਰਕੇ ਕੈਨਸਲ। ਇਥੋਂ ਟਾਈਮ ਦੀ ਵੈਲਿਊ ਕੱਢ ਦੋ ਤੇ ਟਾਈਮ ਆ ਗਿਆ 100 by 25 equal to 4 ਸੈਕਿੰਡ। ਯਾਨੀ ਜਦੋਂ ਦੋਨਾਂ ਬਾਲਸ ਨੂੰ ਮੂਵ ਕਰਦੇ 4 ਸੈਕਿੰਡ ਹੋਏ ਹੋਗੇ ਉੱਥੇ ਦੋ ਬਾਲ ਮੀਟ ਆਊਟ ਕੀਤੀਆਂ ਉਸ ਟਾਈਮ ਤੇ। ਕਿਆ ਇੰਨਾ ਕਲੀਅਰ ਆ? Yes, sir. Yes, sir. ਦੋ ਚੀਜ਼ਾਂ ਪੁੱਛੀਆਂ ਨੇ ਫਾਈਂਡ ਵੈਨ ਐਂਡ ਵੇਅਰ। ਇਹ ਵੈਨ ਤੇ ਆ ਗਿਆ, ਵੇਅਰ ਕੱਢਣਾ ਤੇ ਆ ਟੀ ਦੀ ਵੈਲਿਊ ਜਿਹੜੀ ਆਪਣੀ ਕੈਲਕੂਲੇਟਰ ਇੱਥੇ ਭਰ ਦੇ। ਇੱਥੇ ਭਰ ਲਵਾਂ ਤੇ x ਜਿਹੜਾ ਵਾ ਜਿਹੜੀ ਟੌਪ ਤੋਂ ਪਤਾ ਲੱਗ ਜੂ ਕਿ ਵੀ ਕਿੰਨੇ ਮੀਟਰ ਥੱਲੇ ਆ ਕੇ ਉਹ ਦੋ ਬਾਲ ਮੀਟ ਆਊਟ ਕੀਤੀਆਂ। ਇਹਨੂੰ ਹੁਣ ਪੁੱਟ ਕਰ ਦਿਓ, put in equation 1 therefore x ਦੀ ਵੈਲਿਊ ਆ ਗਈ 4.9 into 4 square। ਜਿੰਨਾ ਆ ਬਣ ਜਾਏਗਾ ਉਹਨਾਂ ਡਿਸਟੈਂਸ ਟੌਪ ਤੋਂ ਹੋਏਗਾ ਉਸ ਬਾਲ ਦਾ ਕਹਿੰਦਾ ਜੀ ਦੂਸਰੀ ਬਾਲ ਨੂੰ ਮੀਟ ਆਊਟ ਕਰਨ ਵਾਸਤੇ। ਕਲੀਅਰ ਹੈ ਦੀ ਗੱਲ? Yes, sir. Yes, sir. एक्सक्यूज मी सर। ਬੋਲੋ ਜੀ ਬੋਲੋ। सर दोनों के टाइम कितना कॉमन हो गया? ਕੀ सर मतलब दोनों बॉल्स के मीट आउट करने में टाइम कॉमन कैसे होगा, मतलब इक्वल कैसे होगा? ਤੂੰ ਆਪਣੇ ਘਰੋਂ ਚੱਲੀ, ਠੀਕ, ਤੂੰ ਮੇਰੇ ਘਰ ਆਈ ਸੀ ਪੜਨ, ਠੀਕ ਹੈ, ਤੇ ਪਾਪਾ ਚੱਲੇ ਘਰੋਂ, ਠੀਕ ਹੈ ਜੀ। ਰਸਤੇ 'ਚ ਤੁਸੀਂ ਕਿਸੇ ਇੱਕ ਪੁਆਇੰਟ ਤੇ ਮਿਲਣਾ ਵਾ, ਠੀਕ ਆ। ਜੇ ਉਸ ਪੋਜੀਸ਼ਨ ਤੇ ਪਾਪਾ ਨੇ ਕਿਹਾ ਮੈਂ ਆਹ ਥਾਂ ਤੇ ਤੈਨੂੰ ਮਿਲਾਂਗਾ, ਠੀਕ ਹੈ, ਤੂੰ ਉੱਥੇ ਪਹੁੰਚ ਜਾਈ। ਤੂੰ ਉੱਥੇ ਪਹੁੰਚ ਗਈ 3 ਮਿੰਟ ਬਾਅਦ, ਠੀਕ ਆ, ਤੇ ਪਾਪਾ ਉੱਥੇ ਤੂੰ 3 ਮਿੰਟ ਤੇ ਆਈ, ਤੂੰ ਦੇਖਿਆ ਪਾਪਾ ਉੱਥੇ ਹੈ ਨਹੀਂ, ਠੀਕ ਹੈ, ਤੂੰ ਉੱਥੋਂ ਤੁਰ ਪਈ, ਠੀਕ ਹੈ, ਪਾਪਾ ਉੱਥੇ 4 ਮਿੰਟ ਬਾਅਦ ਜੇਕਰ ਆਉਂਦੇ ਆ ਤੇ ਕਿਆ ਤੁਸੀਂ ਦੋਨੋਂ ਮੀਟ ਆਊਟ ਕਰੋਗੇ? यस सर। हैं? सर अगर पापा आगे होंगे तो मैं आगे जाऊंगी तो मीट आउट हो जाएंगे ना? ਜੇ ਤੂੰ ਇਹਦਾ ਮਤਲਬ ਇਹ ਹੋਇਆ ਕਿ 3 ਮਿੰਟ ਤੇ ਤੂੰ ਜਦੋਂ ਉੱਥੇ ਪਹੁੰਚ ਗਈ, ਪਾਪਾ ਉੱਥੇ 3 ਮਿੰਟ ਤੇ ਨਹੀਂ ਪਹੁੰਚੇ ਹੋਏ, ਕਿਆ ਤੁਹਾਡਾ ਮੀਟਿੰਗ ਪੁਆਇੰਟ ਬਣਿਆ ਉਹ? नहीं सर। ਜੇ ਪਾਪਾ ਤੇ ਤੂੰ ਦੋਨੋਂ ਉਸ ਪੋਜੀਸ਼ਨ ਤੇ ਸੇਮ ਟਾਈਮ ਤੇ ਪਹੁੰਚੋਗੇ, ਰੁਕਣਾ ਕਿਸੇ ਨੇ ਨਹੀਂ ਹੋ, ਠੀਕ ਹੈ ਜੀ। ਤੁਸੀਂ ਉੱਪਰੋਂ ਪੈਰਾਸ਼ੂਟ ਤੋਂ ਥੱਲੇ ਆ ਰਹੇ ਹੋ, ਠੀਕ ਹੈ ਜੀ, ਪਾਪਾ ਥੱਲੇ ਉੱਪਰ ਨੂੰ ਕਹਿੰਦਾ ਜੀ ਜੰਪ ਕਰ ਰਹੇ ਹੈ ਨਾ, ਤੇ ਜੇ ਇਹ ਦੋਨੋਂ ਇੱਕੋ ਟਾਈਮ ਤੇ ਇੱਕ ਪੋਜੀਸ਼ਨ ਤੇ ਆਣਗੇ ਫੇਰ ਮੀਟ ਆਊਟ ਹੋਊਗੀ ਚੀਜ਼। यस सर। ਤੇ ਜੇ ਬੇਟਾ ਟਾਈਮ ਇੰਟਰਵਲ ਹੀ ਡਿਫਰੈਂਟ ਹੋਏ, ਤੁਸੀਂ ਉਸ ਪੋਜੀਸ਼ਨ ਨੂੰ ਕ੍ਰਾਸ ਪਹਿਲਾਂ ਕਰ ਗਏ ਹੋਏ, ਠੀਕ ਹੈ, ਤੇ ਦੂਸਰਾ ਬੰਦਾ ਉਸ ਪੋਜੀਸ਼ਨ ਨੂੰ ਕ੍ਰਾਸ ਬਾਅਦ ਚੋਂ ਕਰੇ, ਇਟ ਮੀਨਸ ਦੇ ਨੈਵਰ ਟੂ ਬੀ ਮੀਟ ਈਚ ਅਦਰ। यस सर। ਇਸ ਲਈ ਟਾਈਮ ਕਾਮਨ ਹੋਏਗਾ ਤਾਂ ਆਪਾਂ ਉਹਨੂੰ ਕਰਾਂਗੇ ਨਾ। यस सर। क्लियर तो है? सर अगर हमने वेलोसिटी बढ़ा दी फिर तो टाइम इंटरवल मतलब जैसे ऊपर वाला सिर्फ 2 सेकंड में आएगा और वो उससे पहले पहुंच जाएगा तो वो ज्यादा जल्दी क्रॉस नहीं हो जाएंगे? ओए नहीं पुत्र जी, वो ग्रेविटी दे अगेंस्ट आ, वो ग्रेविटी दे अगेंस्ट आ, ठीक है, वो ग्रेविटी दी फेवर च आ रहा वा, ऊपर वाला ग्रेविटी दी फेवर च आ, थल्ले वाला ग्रेविटी दे अगेंस्ट आ, ठीक है। यस सर, आगे सुनिए। चलो अगला केड़ा गया सी? 8th भी नहीं होया? नहीं हुआ सर। 8 तो हो गया कि नहीं? नहीं हुआ सर। नहीं No, हुआ। sir. किदा हो गया 8th न्यूमेरिकल? सर ट्राई किया था मगर निकला नहीं सर हमसे। चलो मैं क्या सी मैं वेक्टर कराने, तुसी मेरा सारा टाइम ये च लै गए। चलो नेक्स्ट हैगा अ पैराशूटिस्ट बेल आउट फ्रॉम एन एरोप्लेन एंड आफ्टर ड्रॉपिंग अ डिस्टेंस ऑफ 40 मीटर। इन्हां क्वेश्चनां दी डायग्राम बनानी सीखो, फिर न्यूमेरिकल सौखे लगूगे। उन्हें कहा जी पैराशूटिस्ट जिहड़ा वा उन्हें ड्रॉप कीता एक एरोप्लेन चों ते जदों वो 40 मीटर थल्ले आ गया, ठीक है जी, फ्री फॉल करदा होया, ठीक है, देन ओपन द पैराशूट, मतलब उन्हें पहलो पैराशूट नहीं खोलिया, 40 मीटर फॉल करन तो बाद पैराशूट खोलिया वा एंड डी एक्सेलरेट एट 2 मीटर पर सेकंड स्क्वायर। नेचुरल जदों ने पैराशूट खोलता ओदी स्पीड घटनी शुरू हो जानी है, इसलिए डी एक्सेलरेट आ। इफ ही रीच द ग्राउंड with the speed of 2 meter per second, ground touch करन लगे ओदी स्पीड 2 मीटर पर सेकंड आ। how long is he in the air, हवा चो कितनी देर रहा टोटल वो टाइम, एंड at what height did he bail out from the plane, ठीक है, प्लेन तो उन्हें कितनी कहंदा जी हाइट को जंप कीता सी,
ਹੁਣ ਜੇ ਇਸ ਕੁਐਸਚਨ ਦੀ ਡਾਇਗਰਾਮ ਬਣਾਈਏ ਆਪਣੇ ਕੋਲ ਤਿੰਨ ਜਿਹੜੇ ਦੋ ਇੰਟਰਵਲ ਬਣੇ पहले इंटरवल ਦੇ ਅੰਦਰ ਆਪਣੇ ਕੋਲ ਨੇ ਆ 40 ਮੀਟਰ ਜਿਹੜੇ ਨੇ ਯਾਨੀ ਆ ਡਿਸਟੈਂਸ 40 ਮੀਟਰ ਇਸ 40 ਮੀਟਰ ਦੇ ਅੰਦਰ ਜਿਹੜੀ ਬਾਡੀ ਆ ਉਹਦੀ ਇਨੀਸ਼ੀਅਲ ਵੈਲੋਸਿਟੀ 0 ਉਹਦੀ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਆ ਚੀਜ਼ ਹੋਊਗੀ Yes, sir. Yes, sir. ਜਦੋਂ ਬਾਡੀ 40 ਮੀਟਰ ਥੱਲੇ ਆ ਗਈ ਕਿਆ ਉਹਦੀ ਇਨੀਸ਼ੀਅਲ ਵੈਲੋਸਿਟੀ 0 ਹੋ यस सर ਤੇਰੇ ਮੈਂ ਆਗੇ ਲਪੇੜੇ ਮਾਰਨੇ ਆ No, sir. ਲੱਗਦਾ 40 ਮੀਟਰ ਜਦੋਂ ਤੂੰ ਥੱਲੇ ਡਿੱਗ ਚੁੱਕਾ ਮਾਂ ਇੱਥੇ ਤੂੰ ਕਿਆ ਹਵਾ ਚ ਰੁਕ ਗਿਆ ਇੱਕਦਮ ਹੀ हमें लगा कि ऊपरों कह रहे हो उसको प्लेन तो ਇਹਨੂੰ ਉੱਪਰੋਂ ਛੱਡੂਗਾ ਅੱਗੇ ਇੱਥੇ ਜਦੋਂ ਬਾਡੀ ਆ ਗਈ ਕਿ ਉਹਦੀ ਵੈਲੋਸਿਟੀ 0 ਹੋਊ No, sir. No, sir. Yes, sir. ਜਿੰਨੀ ਪਹਿਲੇ ਇੰਟਰਵਲ ਚ ਫਾਈਨਲ ਬਣ ਚੁੱਕੀ ਹੋਏਗੀ ਜਿੰਨੀ ਪਹਿਲੇ ਇੰਟਰਵਲ ਚ ਫਾਈਨਲ ਬਣ ਚੁੱਕੀ ਹੋਊਗੀ ਉਹ ਦੂਜੇ ਇੰਟਰਵਲ ਦੀ ਇਨੀਸ਼ੀਅਲ ਬਣ ਜਾਊ Yes, sir. Yes, sir. ਇਮਲ u2 ਦੀ ਵੈਲਿਊ v1 ਜਿਹੜੀ ਅਸੀਂ ਫਾਈਂਡ ਆਊਟ ਕਰਨੀ ਹੁਣ ਬਾਡੀ ਜਦੋਂ ਇੱਥੇ ਉਹਨੇ ਪੈਰਾਸ਼ੂਟ ਖੋਲ ਦਿੱਤਾ ਠੀਕ ਹੈ ਜੀ ਕਿੰਨੇ ਮੀਟਰ ਥੱਲੇ ਆਇਆ ਨਹੀਂ ਪਤਾ ਠੀਕ ਹੈ ਪਰ ਗਰਾਊਂਡ ਨੂੰ ਟੱਚ ਕਰਨ ਲੱਗੇ ਉਹਦੀ ਫਾਈਨਲ ਵੈਲੋਸਿਟੀ 2 ਮੀਟਰ ਪਰ ਸੈਕਿੰਡ ਆ ਗੱਲ ਸਮਝ ਲੱਗੀ Yes. Yes, Yes, sir. sir. Yes, sir. ਆਪਸ਼ਨ ਕਵਰ ਕਰਦੇ ਹੋਏ ਉਹਦੀ ਐਕਸਲਰੇਸ਼ਨ ਜਿਹੜੀ ਆ ਉਹ ਡਿਕਰੀਜ਼ ਕਰਦੀ ਪਈ ਆ ਉਹਦੀ ਆਪਾਂ ਨੂੰ ਡੀ ਐਕਸਲਰੇਸ਼ਨ ਗਿਵਨ ਸੀਗੀ 2 ਮੀਟਰ ਪਰ ਸੈਕਿੰਡ ਸਕੁਅਰ ਕਿਉਂਕਿ ਡੀ ਐਕਸਲਰੇਟ ਕਰ ਰਿਹਾ ਇਸ ਲਈ ਇੱਥੇ ਐਕਸਲਰੇਸ਼ਨ ਦਾ ਸਾਈਨ ਮਾਈਨਸ ਆ ਜੂ ਸਾਹਿਲ ਜੀ ਕਲੀਅਰ ਹੋ ਰਹੀ ਗੱਲ यस सर ਬੋਲ ਪਿਆ ਕਰੋ ਵਿੱਚ ਹਾਂਜੀ ਅਮਨਜੋਤ ਕਲੀਅਰ ਹੈ ਨਾ ਅਮਨਜੋਤ ਇਹਨਾਂ ਕਲੀਅਰ ਆ Yes, sir. स्नेहा रिजवल Yes, sir. चलो ਹੁਣ ਜੇ ਆਪਾਂ ਜੋ ਕੈਲਕੂਲੇਟ ਕਰਨਾ ਇੱਕ ਤੋਂ ਨੇ ਕਿਹਾ ਕਿ ਵੀ ਆਪਣੇ ਕੋਲ ਟਾਈਮ ਕੱਢੋ ਕਿ ਵੀ ਜਦੋਂ ਉਹਨੇ ਜੰਪ ਕੀਤਾ ਸੀ ਉਹਦਾ ਟਾਈਮ ਕੱਢੋ ਕਿੰਨਾ ਉੱਪਰਲੇ ਇੰਟਰਵਲ ਚ t1 ਨਿਕਲਣਾ ਥੱਲੜੇ ਇੰਟਰਵਲ ਚ t2 ਤੁਸੀਂ ਜੋ ਕੈਲਕੂਲੇਟ ਕਰਨਾ ਉਹ t1 t2 ਆ ठीक है ਤੇ ਦੂਜਾ ਜੋ ਕੈਲਕੂਲੇਟ ਕਰਨਾ ਪੂਰਾ ਡਿਸਟੈਂਸ ਆ ਤੇ ਜੇ ਮੈਂ ਪੂਰਾ ਡਿਸਟੈਂਸ ਕੱਢਣਾ s s1 s2 s1 ਉੱਚੋਂ 40 ਮੀਟਰ ਆ ਜੇ ਮੈਨੂੰ s2 ਲੱਭ ਗਿਆ ਤੇ s ਆ ਜਾਊ Yes, sir. यस सर Yes, sir. ਜੇ ਹੁਣ ਆ ਸਾਰਾ ਪੈਟਰਨ ਬਣਿਆ ਹੋਵੇ ਕਿ ਇਹਨੂੰ ਸੋਲਵ ਕਰ ਸਕਦੇ ਹੋ Yes, sir. Yes, sir. Yes. ਜੇ v1 ਕੱਢਣਾ ਠੀਕ ਹੈ ਤੇ ਜੇ ਆਪਾਂ t1 ਕੱਢਣਾ u ਹੈਗਾ a ਹੈਗਾ ਆਪਣੇ ਕੋਲ s ਹੈਗਾ s u ਤੇ a ਨਾ t ਨਿਕਲ ਆਊਗਾ यस Yes, सर sir. ਤੇ ਜੇ t ਆ ਗਿਆ ਮੁੜ ਕੇ u ਹੈਗਾ a ਹੈਗਾ t ਹੈਗਾ ਤੇ v ਕੱਢਣਾ v u at ਨਾ v ਨਿਕਲ ਆਊਗਾ Yes, sir. Yes, sir. Yes, sir. v ਮੇਰਾ u2 ਬਣ ਗਿਆ ਇਹ ਮੈਨੂੰ u2 a2 ਠੀਕ ਹੈ ਦੋਨੋਂ ਚੀਜ਼ਾਂ ਪਤਾ ਤੇ ਤੀਜਾ v2 ਪਤਾ ਜੇ v u a ਤਿੰਨੇ ਹੈਗੇ s2 ਲੱਭਣਾ ਹੋਵੇ v ਸਕੁਅਰ ਮਾਈਨਸ u ਸਕੁਅਰ ਵਾਲੀ ਇਕੁਏਸ਼ਨ ਲਾ ਲਾ s2 ਆ ਜਾਊ Yes, sir. Yes, sir. Yes, sir. v equal to u plus at ਲਾ ਦਵਾਂ ਤੇ ਮੇਰੇ ਕੋਲ t ਵੀ ਨਿਕਲ ਆਏਗਾ ਇਹ ਮੈਂ t2 ਆ ਗਿਆ ਜੇ t2 ਆ ਗਿਆ ਤੇ t1 ਵੀ ਆ ਗਿਆ ਤੇ ਟੋਟਲ ਟਾਈਮ ਵੀ ਆ ਜਾਏਗਾ ਠੀਕ ਹੈ ਤੇ ਜੇ s2 ਨਿਕਲ ਆਇਆ ਤੇ s1 ਹੈਗਾ ਹੀਗਾ ਤੇ ਟੋਟਲ s ਵੀ ਆ ਜਾਊ ਹੋ ਜੂ ਇਹ ਨਿਊਮੈਰੀਕਲ Yes, sir. Yes, sir. Yes, sir. Yes. ਕੋਈ ਕਲੀਅਰ ਹੈ ਸਾਰਿਆਂ ਨੂੰ Yes, sir. Yes, sir. Yes, sir. Yes, sir. अगर आप टाइम और करे फॉर्मूला कटांगे ਕੀ ਜਿਹੜਾ ਟਾਈਮ और करे फॉर्मूला ना कटांगे दी कितना आसरे सी ਚਤਨਿਆ ਆਪਣੇ ਕੋਲ ਟੋਟਲ 4 ਇਕੁਏਸ਼ਨਾਂ ਚਾਰਾਂ ਇਕੁਏਸ਼ਨਾਂ ਦੇ ਵਿੱਚੋਂ ਜਿਹੜੀ ਇਕੁਏਸ਼ਨ ਨਾਲ ਵੇਰੀਏਬਲ ਪੂਰੇ ਹੁੰਦੇ ਉਹ ਲਾ ਦਿਓ ओके सर u ਹੈਗਾ a ਹੈਗਾ v ਹੈਗਾ ਤੇ v u at ਲਾ ਸਕਦਾ हाँ जी सर तो फैला दे ओके सर अच्छा लगता चलो 9th हो गया Yes. Yes, sir. Yes, sir. मैं हुणे कॉपी खुला लेनी है ये देख लियो हो गया, sir. हम नहीं वही भरियो जे हो गया जिदा नहीं होया वो बोलेगा कि नहीं होया
कोई हैगा जिहदा नहीं होया सर 9? आंसर बता दो एक बार 9th का। हाँ आंसर क्या आंसर होगा? टैली करा दो। एक मिनट रुको, फिर मैंने बुक चो आंसर तो कितना क्वेश्चन है? 9th है ना? Yes, sir. Yes, sir. 9th ਦੇ ਪਹਿਲੇ ਪਾਰਟ ਦਾ 50 ਮੀਟਰ ਆ। ਦੇਖ ਲੈ। Yes, sir. गलत आ रहा है सर, एक बार करा दो। एक सेकंड। हाँ जी, पहले पार्ट का 50 मीटर, सेकंड पार्ट का 25 मीटर। Yes, sir. 9th क्वेश्चन दे दो आंसर बोले, फर्स्ट पार्ट का 50 ते सेकंड पार्ट का 25। क्लियर है? Yes, सर sir. फर्स्ट पार्ट का Yes. तो फिर डायरेक्टली लिख सकते हैं ना? बिल्कुल लिख सकते हो। ਜਦੋਂ ਦੋਨੋਂ 5 ਸੈਕਿੰਡ ਹੀ ਫਾਲ ਕੀਤੀਆਂ ਜਾਂ ਕਿੰਨੇ ਟਾਈਮ ਦੇ 3 ਸੈਕਿੰਡ ਹੀ ਫਾਲ ਕੀਤੀਆਂ ਤੇ ਦੋਨਾਂ ਨੇ ਬਰਾਬਰ ਦਾ ਡਿਸਟੈਂਸ ਕਵਰ ਕਰਨਾ 3 ਸੈਕਿੰਡ ਦੇ ਅੰਦਰ। Yes, sir. ਡਿਸਟੈਂਸ ਬਰਾਬਰ ਆ ਤੇ ਇਹਦੇ ਮਤਲਬ ਉਹਨਾਂ ਦੇ ਗੈਪ ਵੀ ਬਰਾਬਰ ਹੀ ਬਣੇ ਰਹਿਣੇ। ਪਹਿਲੋਂ 50 ਮੀਟਰ ਦਾ ਗੈਪ ਆ ਤੇ ਬਾਅਦ ਚੋਂ ਵੀ 50 ਮੀਟਰ ਦਾ ਹੀ ਰਹਿਣਾ। ਠੀਕ ਹੈ? यस Yes, सर। sir. ਯਾਰ ਇੰਨਾ ਢਿੱਲੇ ਹੋਣਾ ਤੁਸੀਂ, ਘੱਟੋ ਘੱਟ ਨੋਟ ਕਰੋ। ਬਾਕੀ ਜਾਣੇ ਜੇ ਨਹੀਂ ਸਮਝ ਲੱਗੀ ਤੇ ਤਾਂ ਵੀ ਦੱਸੋ। ਹਾਂਜੀ ਸਰ। हाँ जी सर। लगी समझ सर। ਹਾਂਜੀ ਲੱਗ ਗਈ ਸਮਝ? ਓਕੇ। ਕੋਈ ਹੈਗਾ ਜਿਹਨੂੰ 9th ਨੂਮੈਰੀਕਲ ਨਹੀਂ ਆਂਦਾ, ਇਸ ਤੋਂ ਵੱਧ ਟਾਈਮ ਨਹੀਂ ਲਾਇਆ ਜਾ ਸਕਦਾ? ओके सर। ਚਲੋ 10th ਨੂਮੈਰੀਕਲ ਕਰ ਲਿਆ ਕਿ ਨਹੀਂ ਕੀਤਾ? कर लिया सर। कर लिया सर। ਹੋ ਗਿਆ ਸਾਰਿਆਂ ਦਾ? Yes. यस सर। यस सर। ਅਰਸ਼ੀਆ ਹੋ ਗਿਆ? ਕੀ ਕਹਿ ਰਹੀ? सर नहीं होया। ਨਹੀਂ ਹੋਇਆ? Yes. ਕੀ ਔਖਾ ਯਾਰ, ਸੌਖਾ ਜਿਹਾ ਕੁਐਸਚਨ ਹੈ 10th। सर सेकंड पार्ट नहीं हुआ। ਡਾਇਗਰਾਮ ਬਣਾਣੀ ਸਿੱਖੋ, ਫਿਰ ਨੂਮੈਰੀਕਲ ਹੋਣੇ ਆ। 10th ਵਿੱਚ ਉਹਨੇ ਆਪਾਂ ਨੂੰ ਕਿਹਾ ਐਥਲੀਟ ਰਨਸ ਅ ਡਿਸਟੈਂਸ ਆਫ 1500 ਮੀਟਰ ਇਨ ਦਾ ਫੋਲੋਇੰਗ ਮੈਨਰ। ਟੋਟਲ 1500 ਮੀਟਰ ਦੌੜਦਾ ਪਿਆ। ਸਟਾਰਟਿੰਗ ਫਰਮ ਰੈਸਟ ਹੀ ਐਕਸਲਰੇਟਡ ਯੂਨੀਫਾਰਮਲੀ ਇਨ at 2 meter per second till he cover a distance of 900 meter। straight line ਬਣਾ ਦਿਓ। straight line ਦੇ total length ਜਿਹੜੀ ਉਹਨੇ ਕਹੀ ਆ, ਇਹ ਆਪਣੇ ਕੋਲ 1500 ਮੀਟਰ ਆ। ਠੀਕ ਆ, total distance 1500 ਮੀਟਰ ਆ। ਇਹਦੇ ਵਿੱਚੋਂ ਉਹਨੇ ਕਿਹਾ starting from rest ਤੋਂ start ਹੋਏ, ਇਹ ਮਤਲਬ u1 ਦੀ ਵੈਲਿਊ 0 ਆ। ਕਲੀਅਰ ਆ? Yes, Yes. sir. Yes, sir. C point ਤੱਕ ਜਿਹੜਾ ਡਿਸਟੈਂਸ ਬਣਿਆ, ਇਹ ਬਣਿਆ 900 ਮੀਟਰ। ਠੀਕ ਹੈ ਜੀ? ਇੰਨੇ ਪੋਰਸ਼ਨ ਦੇ ਅੰਦਰ ਉਹਦੀ ਐਕਸਲਰੇਸ਼ਨ ਆ ਜਿਹਦੀ ਵੈਲਿਊ 2 ਮੀਟਰ ਪਰ ਸੈਕਿੰਡ ਸਕੁਅਰ ਆ। ਉਸ ਤੋਂ ਬਾਅਦ ਉਹਨੇ ਕੀ ਕਹਿ ਦਿੱਤਾ? he then run the remaining distance of 600 at the uniform speed develop। ਜਿਹੜੀ ਸਪੀਡ ਉਹਦੀ ਇਸ ਪੁਆਇੰਟ ਤੇ ਬਣ ਗਈ, ਠੀਕ ਹੈ, ਪਹਿਲੇ ਇੰਟਰਵਲ ਦੇ ਹਿਸਾਬ ਨਾਲ ਇੱਥੇ ਉਹਦੀ ਸਪੀਡ v1 ਹੋਏਗੀ ਜਿਹੜੀ ਅਨਨੋਨ ਆ। ਠੀਕ ਹੈ, ਇਹ ਕੈਲਕੂਲੇਟ ਕਰਨੀ ਆਪਾਂ। ਜਿੰਨੀ ਸਪੀਡ ਇੱਥੇ ਬਣ ਗਈ, ਅਗਲੇ c ਤੋਂ ਲੈ ਕੇ b ਤੱਕ ਦੇ ਜਿਹੜਾ 600 ਮੀਟਰ ਆ ਉਹ ਚ ਸਪੀਡ ਨਹੀਂ ਚੇਂਜ ਹੋਈ। ਤੇ ਜੇ ਇਸ ਇੰਟਰਵਲ ਚ ਉਹਦੀ ਸਪੀਡ ਚੇਂਜ ਨਹੀਂ ਹੋਈ, ਉਹਦੀ ਐਕਸਲਰੇਸ਼ਨ ਕਿੰਨੀ ਹੋਏਗੀ? 0। डिस्टेंस 600 मीटर, एक्सेलरेशन पूछी सी कितनी होएगी? 0। ਇਹਦਾ ਮਤਲਬ ਜੇ ਇੱਥੇ ਲਈਏ ਤੇ ਆ u2 ਦੀ ਵੈਲਿਊ ਸੇਮ v1 ਵਾਲੀ ਹੋਏਗੀ ਔਰ ਇਸ ਪੋਰਸ਼ਨ ਦੇ ਅੰਦਰ a2 ਦੀ ਵੈਲਿਊ 0 ਆ। ਠੀਕ ਆ? ਆ ਵੇਰੀਏਬਲ ਕਲੀਅਰ ਸਾਰੇ ਜਿਹਨੇ ਲਿਖੇ? Yes, sir. Yes sir। यस Yes, सर। sir. ਹੁਣ ਉਹਨੇ ਪੁੱਛਿਆ ਸੀਗਾ ਆਪਣੇ ਕੋਲ ਕੀ ਉਹਨੇ ਕਿਹਾ ਕੈਲਕੂਲੇਟ ਦਾ ਟਾਈਮ ਟੇਕਨ ਬਾਈ ਐਥਲੀਟ ਟੂ ਕਵਰ ਦਾ 2 ਪਾਰਟ ਆਫ ਦਾ ਡਿਸਟੈਂਸ। ਯਾਨੀ ਇੱਕ ਤੇ ਟਾਈਮ ਕੱਢਣੇ ਆ ਤੁਸੀਂ ਪਹਿਲੇ ਪਾਰਟ ਦੇ ਅੰਦਰ। ਆ ਟਾਈਮ t1 ਆ ਗਿਆ, ਇਧਰ ਟਾਈਮ t2 ਆ ਗਿਆ। ਜੇ ਮੈਂ t1 ਕੱਢਣਾ ਤੇ ac ਇੰਟਰਵਲ ਚ ਮੇਰੇ ਕੋਲ ਕੀ ਹੈਗਾ? u ਗਿਵਨ ਆ, a ਗਿਵਨ ਆ, s ਹੈਗਾ। ਜੇ s u ਤੇ a ਹੈਗਾ, ਕਿਆ t1 ਨਿਕਲ ਸਕਦਾ?
Yes, sir. Yes, Yes, sir. ਤੇ ਜੇ t1 ਮੇਰੇ ਕੋਲ ਆ ਗਿਆ, ਇੱਕ ਮੈਨੂੰ ਇੱਥੇ v1 ਦੀ ਲੋੜ ਪੈਣੀ ਹੈ ਅਗਲੇ ਇੰਟਰਵਲ ਨੂੰ ਬਣਾਉਣ ਵਾਸਤੇ। v1 ਵਾਸਤੇ u ਹੈਗਾ, a ਹੈਗਾ, t1 ਨਿਕਲ ਚੁੱਕਾ ਤੇ v equal to u plus 18 ਆ, v1 ਆ ਜਾਓ। yes Yes, sir, sir. Yes, sir. ਹੁਣ ਇੱਥੇ ਜਿਹੜਾ v1 ਆ ਉਹ ਅਗਲੇ ਇੰਟਰਵਲ ਲਈ u2 ਆ, ਠੀਕ ਹੈ ਜੀ। ਅਗਲੇ ਇੰਟਰਵਲ ਦਾ ਜੇ ਟਾਈਮ ਕੱਢਣਾ ਵਾ ਤੇ ਜਦੋਂ s equal to ut plus half at square ਅਗਲੇ ਇੰਟਰਵਲ ਚ ਲਾਉਂਗਾ, ਉਹ ਚ a2 ਦਾ 0 ਹੀ ਹੋ ਗਿਆ, s equal to ਕੱਲਾ ut ਰਹਿ ਗਿਆ। yes sir, Yes, sir. Yes, sir. v1 ਆ, v1 ਆਲਰੇਡੀ ਮੈਂ ਲੱਭ ਚੁੱਕਾ, t2 ਮੇਰੇ ਕੋਲ ਇਹ ਤੋਂ ਆਪਾਂ ਕੈਲਕੂਲੇਟ ਕਰਨਾ ਤੇ s ਹੈਗਾ, ਯਾਨੀ ਇੰਨੇ ਪੋਰਸ਼ਨ ਦੇ ਅੰਦਰ s equal to u2 into t2 ਦੀ ਇਕੁਏਸ਼ਨ ਕੱਲੀ ਰਹਿ ਜਾਏਗੀ। Yes, sir. Yes, Yes. क्या आ दो पार्ट क्लियर है पहलो? yes, sir. Yes, sir. बोलो। सर एक्सेलरेशन 0 क्यों है सर? वो अगर मतलब उसकी वेलोसिटी चेंज होगी वो एंड पे रेस्ट में आएगा ना, तो किने क्या तेनू रेस्ट विच आऊगा? आपन तो ने किते किया ही नहीं कि रेस्ट विच आऊगा, उन्हें किते भी नहीं किया क्वेश्चन कि जिद्दां ही 1500 मीटर पूरे होए तो खड़ा हो गया, ये तो किते भी नहीं किया उन्हें। क्या क्वेश्चन च किते? नो सर। उन्हें तो क्वेश्चन च लिखा कि भी बाकी दे 600 मीटर वेले वो यूनिफॉर्म स्पीड ना भज्या, हो सकदा अजे रुके नहीं अगे जांदा पिया वा, इस तो बाद जाके उन्हें अपनी स्पीड बदल ली होवे, कुछ और कीते होवे, सानू ते 1500 मीटर तक दी गल कीती होवे, ठीक है। yes sir, यस सर। चलो इसे क्वेश्चन दे सेकंड पार्ट चुने तो ये क्या सीगा, कहना जी आल्सो फाइंड द टाइम व्हेन ही इज एट द सेंटर ऑफ द ट्रैक, ते सेंटर ऑफ द ट्रैक कितने मीटर ते आ? 750 meter. 750 मीटर ते जे आ 750 मीटर ਦਾ ਮੇਰੇ ਕੋਲ ਉਹਨੇ ਐਸਐਚ ਵੇਰੀਏਬਲ ਦਿੱਤਾ ਵਾ, ਹੈ ਨਾ, ਤੇ ਇਸ ਮੂਵਮੈਂਟ ਦਾ ਅਸੀਂ ਦੱਸਣਾ ਕਿ ਇਹ ਵਜ੍ਹਾ ਉਹਨੇ ਟਾਈਮ Time. ਇਸ ਪੁਆਇੰਟ ਤੱਕ ਪਹੁੰਚਣ ਦਾ ਟਾਈਮ, ਤੇ ਜੇ ਮੈਂ ਇਸ ਪੁਆਇੰਟ ਤੱਕ ਦੀ ਗੱਲ ਕਰਾਂ, ਸ਼ੁਰੂ ਇੱਥੋਂ ਹੀ ਕਰੂੰਗਾ, u ਹੈਗਾ, a ਹੈਗਾ, ਕਿਉਂਕਿ a 900 ਮੀਟਰ ਤੱਕ ਰਿਹਾ ਤੇ ਮੈਨੂੰ ਨੇ 750 ਮੀਟਰ ਤੱਕ ਦੀ ਗੱਲ ਕੀਤੀ, ਤੇ ਇਹਦਾ ਮਤਲਬ ਹੋ ਗਿਆ 750 ਮੀਟਰ ਤੱਕ a ਦੀ ਵੈਲਿਊ ਆਹੀ ਬਣੀ ਰਹੂ। Yes, sir. यस अर्शिया जी समझ लग गया? Yes, sir. सो फिर 750 मीटर तक मेरे को u भी हैगा, a भी हैगा, s भी हैगा, ते t मैं कढना वा, s equal to ut plus half at स्क्वायर लगा ला, निकल आऊगा? yes sir, Yes, sir. Yes, sir. Yes, sir. हो जुए न्यूमेरिकल। yes sir, Yes, sir. Yes, sir. चलो 11th 12th 13 14 रहन दियो ते 15 चार दे रहा, 11 12 13 ते 15, ये चार न्यूमेरिकल ट्राई करने हैं तुसी कल वास्ते, ओके जी। Yes, sir. Yes, sir. यस कोई लग गया पता? Yes, sir. yes sir, Yes, sir. सर इनके Yes. आंसर भेज दो एक बारी। भेज देना बेटा, भेज 10 मिनट रह गए सारे, मैं सोचा